ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਆਪੇ ਘਟ ਘਟ ਜਾਣੈ ਭੇਦ। ਜੋਤ ਸਰੂਪ ਜਾ ਕੀ ਸਭ ਵਥ। ਕਰਨ ਕਾਰਨ ਪੂਰਨ ਸਮਰੱਥ। ਆਪੇ ਸ਼ਾਸਤ ਆਪੇ ਵੇਦ। ਆਪੇ ਘਟ ਘਟ ਜਾਣੈ ਭੇਦ। ਜੋਤ ਸਰੂਪ ਜਾ ਕੀ ਸਭ ਵਥ। ਕਰਨ ਕਾਰਨ ਪੂਰਨ ਸਮਰੱਥ। ਪ੍ਰਭ ਕੀ ਓਟ ਕਹੋ ਮਨ ਮੇਰੇ। ਚਰਨ ਕਮਲ ਗੁਰਮੁਖ ਆਰਾਧ ਹੋ। ਦੁਸ਼ਮਨ ਦੁਖ ਨਾ ਆਵੇ ਨੇਰੇ। ਰਹਾਉ ਆਪੇ ਵਣ ਤ੍ਰਿਣ ਤ੍ਰਿਭਵਨ ਸਾਰ। ਜਾ ਕੈ ਸੂਤ ਪਰੋਇਆ ਸੰਸਾਰ। ਆਪੇ ਸ਼ਿਵ ਸ਼ਕਤੀ ਸੰਜੋਗੀ। ਆਪ ਨਿਰਵਾਣੀ ਆਪੇ ਭੋਗੀ। ਜਤ ਕਤ ਪੇਖੋ ਤਤ ਤਤ ਸੋਏ। ਤਿਸ ਬਿਨ ਦੂਜਾ ਨਾਹੀ ਕੋਇ। ਸਾਗਰ ਤਰੀਐ ਨਾਮ ਕੈ ਰੰਗ। ਗੁਣ ਗਾਵੈ ਨਾਨਕ ਸਾਧ ਸੰਗ। ਮੁਕਤ ਭੁਗਤ ਜੁਗਤ ਵਸ ਜਾਕੈ। ਊਣਾ ਨਾਹੀ ਕਿਛ ਜਨ ਤਾਕੈ। ਕਰ ਕਿਰਪਾ ਜਿਸ ਹੋਏ ਸੋ ਪ੍ਰਸੰਨ। ਨਾਨਕ ਦਾਸ ਸਈ ਜਨ ਧਨ। ਮੁਕਤ ਭੁਗਤ ਜੁਗਤ ਵਸ ਜਾਕੈ। ਊਣਾ ਨਾਹੀ ਕਿਛ ਜਨ ਤਾਕੈ। ਕਰ ਕਿਰਪਾ ਜਿਸ ਹੋਏ ਸੋ ਪ੍ਰਸੰਨ। ਨਾਨਕ ਦਾਸ ਸਈ ਜਨ ਧਨ। ਪਹਿਲਾ ਮਹੱਲਾ ਪੰਜਵਾ। ਆਪੇ ਸ਼ਾਸਤ ਆਪੇ ਵੇਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਤਖਤ ਜਬਰ ਛਤਰ ਦੇ ਮਾਲਕ। ਜੁਗੋ ਜੁਗ ਅਟਲ ਪਤਿਤ ਪਾਵਨ ਭਗਤ ਵਛਲ। ਕਰਨਾ ਨਿਦਾਨ ਅੰਤਰਜਾਮੀ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ। ਗੁਰੂ ਰੂਪ ਖਾਲਸਾ ਸਾਧ ਸੰਗਤ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਦਇਆ ਸਦਕਾ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਹੈ। ਸਜੇ ਹੋਏ ਦੀਵਾਨ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਦੀ ਸੇਵਾ ਹੋਈ। ਨਿਤਨੇਮ ਅੰਮ੍ਰਿਤ ਬਾਣੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਗੁਰੂ ਘਰ ਦੀ ਰੋਜ਼ਾਨਾ ਮਰਿਆਦਾ। ਗੁਰਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਦਾਹਾ ਪ੍ਰਾਪਤ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੈਰੋ
ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ। ਭੈਰੋ ਰਾਗ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪੇ ਸਾਸਤ ਆਪੇ ਵੇਦ, ਆਪ ਹੀ ਪ੍ਰਭੂ ਪਰਮਾਤਮਾ ਵਾਹਿਗੁਰੂ ਛੇ ਸ਼ਾਸਤਰ ਰੂਪ ਹੈ। ਛੇ ਸ਼ਾਸਤਰ ਸਾਖ, ਪਤੰਜ, ਜੋਗ, ਵੇਦਾਂਤ, ਮੀਮਾਂਸਾ ਤੇ ਆਦਿਕ ਇਹਨਾਂ ਦੇ ਜਿੰਨੇ ਵੀ ਕਰਤੇ ਲਿਖੀ ਹਨ, ਉਹਨਾਂ ਦੀ ਰਚਨਾ ਦੁਆਰਾ ਵਾਹਿਗੁਰੂ ਪਰਮਾਤਮਾ ਨੇ ਆਪ ਹੀ ਇਹਨਾਂ ਨੂੰ ਰਚਨਾ ਕੀਤਾ ਹੈ। ਛੇ ਸ਼ਾਸਤਰਾਂ ਵਿੱਚ ਵੱਖੋ ਵੱਖਰਾ ਉਪਦੇਸ਼ ਹੈ, ਪਰ ਸਤਿਗੁਰੂ ਮਹਾਰਾਜ ਕਹਿੰਦੇ ਉਹ ਵੀ ਪਰਮਾਤਮਾ ਨੂੰ ਹੀ ਕਥਨ ਕਰਦੇ ਨੇ। ਆਪ ਹੀ ਛੇ ਸ਼ਾਸਤਰ ਰੂਪ ਹੈ ਤੇ ਆਪ ਹੀ ਚਾਰ ਵੇਦ ਰੂਪ ਹੈ। ਆਪ ਹੀ ਪਰਮਾਤਮਾ ਵਾਹਿਗੁਰੂ ਸਾ ਸਤ, ਉਹੀ ਸਤ ਸਰੂਪ ਹੈ, ਜਿਹੜਾ ਜੁਗਾਂ ਜੁਗਾਂ ਤੋਂ ਸੰਸਾਰ ਦੇ ਅੰਦਰ ਕਾਇਮ ਹੈ, ਪ੍ਰਸਿੱਧ ਹੈ ਅਤੇ ਆਪ ਹੀ ਵੇਦ ਗਿਆਨ ਸਰੂਪ ਹੈ। ਆਪੇ ਘਟ ਘਟ ਜਾਣੈ ਭੇਦ, ਆਪ ਹੀ ਪਰਮੇਸ਼ਰ ਵਾਹਿਗੁਰੂ ਘਟਾਂ ਘਟਾਂ ਦੇ ਵਿੱਚ ਜੀਵਾਂ ਦੇ ਅੰਦਰਲੇ ਭੇਦ ਨੂੰ ਜਾਣਦਾ ਹੈ। ਸਾਰੇ ਜੀਵਾਂ ਦੇ ਅੰਦਰ ਘਟਾਂ ਘਟਾਂ ਵਿੱਚ ਸਮਾਇਆ ਹੋਇਆ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹੇ ਉਪਕਾਰ। ਸਾਰੇ ਹਿਰਦਿਆਂ ਵਿੱਚ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹਨਾਂ ਜੀਵਾਂ ਦੇ ਅੰਦਰਲੀ ਹਾਲਤ ਨੂੰ ਆਪ ਹੀ ਪਰਮਾਤਮਾ ਸਾਰੇ ਭੇਦਾਂ ਨੂੰ ਜਾਣਦਾ ਹੈ। ਜੋਤ ਸਰੂਪ ਜਾਗੀ ਸਭ ਵਤ, ਜੋ ਪਰਮਾਤਮਾ ਵਾਹਿਗੁਰੂ ਜੋਤ ਸਰੂਪ ਹੈ, ਸਾਰੇ ਸੰਸਾਰ ਵਿੱਚ ਜੋਤ ਰੂਪ ਹੋ ਕਰਕੇ ਸਮਾਇਆ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਜਾਗੀ ਸਭ ਵਤ, ਜੋ ਪਰਮਾਤਮਾ ਦੀ ਚੇਤਨ ਸੱਤਾ ਰੂਪ ਵਸਤੂ ਹੈ, ਸਾਰੇ ਘਟਾਂ ਘਟਾਂ ਵਿੱਚ ਜੋਤ ਰੂਪ ਹੋ ਕਰਕੇ ਪ੍ਰਕਾਸ਼ ਰਹੀ ਹੈ। ਕਰਨ ਕਾਰਨ ਪੂਰਨ ਸਮਰੱਥ, ਐਸਾ ਪ੍ਰਭੂ ਪਰਮਾਤਮਾ ਸਭ ਥਾਵਾਂ ਤੇ ਪਰਿਪੂਰਨ ਹੈ। ਸਾਰੇ ਕਾਰਜਾਂ ਨੂੰ ਕਰਨ ਵਿੱਚ ਸਮਰੱਥ ਹੈ। ਸਾਰੇ ਕਾਰਜਾਂ ਦਾ ਕਾਰਨ ਰੂਪ ਹੈ ਤੇ ਆਪ ਹੀ ਸਭ ਕੁਝ ਸੰਸਾਰ ਦੇ ਅੰਦਰ ਕਰ ਰਿਹਾ ਹੈ। ਰੱਬ ਕੀ ਓਟ ਗਹੋ ਮਨ ਮੇਰੇ, ਹੇ ਮੇਰੇ ਮਨ, ਤੂੰ ਐਸੀ ਪ੍ਰਭੂ ਪਰਮਾਤਮਾ ਦੀ ਆਪਣੇ ਮਨ ਦੇ ਵਿੱਚ ਓਟ ਆਸਰੇ ਨੂੰ ਲੈਣਾ ਕਰ। ਮਨ ਦੇ ਵਿੱਚ ਉਸ ਪਰਮਾਤਮਾ ਦਾ ਆਸਰਾ ਧਾਰਨ ਕਰ। ਜੇ ਤੂੰ ਪਰਮੇਸ਼ਰ ਵਾਹਿਗੁਰੂ ਦਾ ਆਸਰਾ ਆਪਣੇ ਮਨ ਦੇ ਵਿੱਚ ਮੰਨੇਗਾ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਇੱਥੇ ਸੰਸਾਰ ਵਿੱਚ ਤੇ ਅੱਗੇ ਪਰਲੋਕ ਵਿੱਚ ਤੈਨੂੰ ਕੋਈ ਦੁੱਖ ਪੀੜਾ ਨਹੀਂ ਹੋਵੇਗੀ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਜਿਹੜੇ ਪ੍ਰਮਾਤਮਾ ਦਾ ਆਸਰਾ ਲੈ ਲੈਂਦੇ ਨੇ, ਵਾਹਿਗੁਰੂ ਦੀ ਸ਼ਰਨ ਲੈ ਲੈਂਦੇ ਨੇ, ਉਹਨਾਂ ਦਾ ਇਸ ਸੰਸਾਰ ਵਿੱਚ ਤੇ ਅੱਗੇ ਪਰਲੋਕ ਵਿੱਚ ਪਰਮੇਸ਼ਰ ਵਾਹਿਗੁਰੂ ਰਾਖਾ ਹੋ ਜਾਂਦਾ ਹੈ। ਮਨ ਮੇਰੇ ਕਹੋ ਹਰ ਨਾਮ ਕਾ ਓਲਾ, ਤੁਝੇ ਨ ਲਾਗੈ ਤਾਤਾ ਝੋਲਾ।
ਤੇ ਉਹਨਾਂ ਨੂੰ ਤਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਨਾਈ। ਚੌਗਿਰਤ ਹਮਾਰੇ RAM ਕਰ, ਦੁੱਖ ਲਗੇ ਨਾ ਪਾਈ। ਕੋਈ ਤੱਤੀ ਹਵਾ ਤੱਕ ਵੀ ਲੱਗਦੀ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਆਪਣੇ ਮਨ ਨੂੰ ਇਹ ਸਿੱਖਿਆ ਦਈਏ ਕਿ ਤੂੰ ਆਪਣੇ ਪ੍ਰਭੂ ਪਰਮਾਤਮਾ ਦਾ ਆਸਰਾ ਲੈਣਾ ਕਰ। ਚਰਨ ਕਮਲ ਗੁਰਮੁਖ ਆਰਾਧਨੋ, ਦੁਸ਼ਮਨ ਦੁਖ ਨਾ ਆਵੇ ਨੇੜੇ। ਗੁਰਮੁਖ ਬਣ ਕਰਕੇ ਵਾਹਿਗੁਰੂ ਪਰਮਾਤਮਾ ਦੇ ਚਰਨ ਕਮਲ ਨੂੰ ਆਰਾਧਨਾ ਕਰ। ਜੋ ਵਾਹਿਗੁਰੂ ਦੇ ਚਰਨ ਕਮਲ ਦੀ ਤਰ੍ਹਾਂ ਨਿਰਲੇਪ ਹਨ ਸੰਸਾਰ ਦੇ ਅੰਦਰ, ਉਹਨਾਂ ਦੀ ਆਰਾਧਨਾ ਕਰ ਗੁਰੂ ਵਾਲਾ ਬਣ ਕੇ, ਗੁਰਮੁਖ ਬਣ ਕੇ, ਸਨਮੁਖ ਆਪਣਾ ਚਿੱਤ ਬਣਾ ਕਰਕੇ। ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਸ ਜਿਸ ਥਾਂ ਤੇ ਚਰਨ ਰੱਖੇ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਨ ਥਾਪਨ ਸੋਆ, ਉਹ ਥਾਵਾਂ ਪੂਜਾ ਕਰਨ ਦੇ ਯੋਗ ਬਣ ਗਈਆਂ। ਉਹ ਥਾਪੇ ਗਏ ਅਸਥਾਨ, ਉੱਥੇ ਸੰਗਤਾਂ ਜੁੜਦੀਆਂ ਹਨ, ਪ੍ਰਭੂ ਪਰਮਾਤਮਾ ਦੀ ਬੰਦਗੀ ਹੁੰਦੀ ਹੈ, ਨਾਮ ਸਿਮਰਨ ਕਥਾ ਉੱਥੇ ਪ੍ਰਵਾਹ ਚੱਲਦੇ ਹਨ। ਸਤਿਗੁਰੂ ਕਹਿੰਦੇ, ਗੁਰੂ ਦੇ ਸ਼ਬਦ ਰੂਪ ਚਰਨ ਨੂੰ ਆਪਣੇ ਹਿਰਦੇ ਵਿੱਚ ਵਸਾ ਲੈ ਤੇ ਆਰਾਧਨਾ ਕਰ, ਦਿਨ ਰਾਤ ਪੂਜਨ ਕਰਨਾ ਕਰ। ਦੁਸ਼ਮਨ ਦੁਖ ਨਾ ਆਵੇ ਨੇੜੇ। ਇਸ ਦਾ ਫਲ ਕੀ ਹੋਵੇਗਾ? ਜਿਹੜੇ ਦੁਸ਼ਮਣ ਤੇਰੇ ਨਾਲ ਦੁਸ਼ਮਣੀ ਕਰਨ ਵਾਲੇ ਨੇ, ਜਿਹੜੇ ਤੈਨੂੰ ਦੁੱਖ ਲੱਗ ਰਹੇ ਨੇ ਜਨਮਾਂ ਜਨਮਾਂ ਦੇ ਕੀਤੇ ਹੋਏ ਕਰਮਾਂ ਕਰਕੇ, ਉਹ ਤੇਰੇ ਨੇੜੇ ਨਹੀਂ ਆਉਣਗੇ, ਤੈਨੂੰ ਛੱਡ ਜਾਣਗੇ। ਦੁਸ਼ਮਣ ਵੀ ਤੇਰੇ ਮਿੱਤਰ ਬਣ ਜਾਣਗੇ ਤੇ ਦੁੱਖ ਵੀ ਤੇਰੇ ਤੇ ਆਪਣਾ ਅਸਰ ਨਹੀਂ ਪਾ ਸਕਣਗੇ। ਇਸ ਲਈ ਵਾਹਿਗੁਰੂ ਪਰਮਾਤਮਾ ਦੇ ਨਾਮ ਰੂਪ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਗੁਰਮੁਖ ਬਣ ਕਰਕੇ, ਗੁਰੂ ਸ਼ਬਦ ਨਾਲ ਜੁੜ ਕਰਕੇ ਆਰਾਧਨਾ ਕਰ। ਆਪੇ ਵਣ ਤ੍ਰਿਣ ਤ੍ਰਿਭੁਵਨ ਸਾਰ। ਵਿਸ਼ਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਹਨ, ਆਪ ਹੀ ਪਰਮਾਤਮਾ ਵਾਹਿਗੁਰੂ ਵਣ ਜੰਗਲ ਰੂਪ ਹੈ, ਤ੍ਰਿਣ ਕੱਖ ਰੂਪ ਹੈ, ਤ੍ਰਿਭੁਵਨ ਸਾਰ, ਤਿੰਨ ਭਵਨ, ਮਾਤ ਲੋਕ, ਪਰਲੋਕ ਤੇ ਪਾਤਾਲ ਲੋਕ, ਤਿੰਨਾਂ ਦਾ ਮੂਲ ਰੂਪ ਹੈ, ਸਿਧਾਂਤ ਰੂਪ ਹੈ, ਸਾਰ। ਆਪੇ ਹੀ ਪਰਮਾਤਮਾ ਵਣ ਸਰੀਰਾਂ ਨਿਆਈ ਹੈ, ਤ੍ਰਿਣ ਇੰਦਰੀਆਂ ਨਿਆਈ ਹੈ, ਤ੍ਰਿਭੁਵਨ ਤਿੰਨ ਅਵਸਥਾ, ਜਾਗਰਤ, ਸੁਪਨ ਤੇ ਸੁਖੋਪਨ, ਇਹਨਾਂ ਦਾ ਸਾਖੀ ਰੂਪ ਹੈ, ਸਾਰ ਸਿਧਾਂਤ ਰੂਪ ਹੈ, ਜੀਵ ਦਾ ਆਸਰਾ ਬਣਿਆ ਹੋਇਆ ਹੈ। ਜਾ ਕੇ ਸੂਤ ਪਰੋਇਆ ਸੰਸਾਰ। ਜਿਸ ਪਰਮਾਤਮਾ ਦੇ ਚੇਤਨ ਸੱਤਾ ਰੂਪ ਸੂਤ ਦੇ ਵਿੱਚ, ਹੁਕਮ ਰੂਪ ਸੂਤ ਦੇ ਵਿੱਚ, ਪ੍ਰਲਬਧ ਰੂਪ ਸੂਤ ਦੇ ਵਿੱਚ ਸਾਰਾ ਹੀ ਸੰਸਾਰ ਪਰੋਇਆ ਹੋਇਆ। ਜਿਵੇਂ ਸੂਤ ਦੇ ਵਿੱਚ ਮਨ ਕੇ ਪਰੋ ਲਈਦੇ ਨੇ, ਮਨੀਆਂ ਪਰੋ ਲਈਦੀਆਂ ਨੇ, ਇਸ ਤਰ੍ਹਾਂ ਸਾਧ ਸੰਗਤ ਸੰਸਾਰ ਦੇ ਤਮਾਮ ਜੀਵ ਵਾਹਿਗੁਰੂ ਪਰਮਾਤਮਾ ਨੇ ਆਪਣੇ ਵਿੱਚ ਪਰੋਏ ਹੋਏ ਹਨ। ਭਗਤ ਨਾਮਦੇਵ ਜੀ ਬਚਨ ਕਰਦੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹਾਂਸ ਜੈਸੇ, ਓਤ ਪੋਤ ਪ੍ਰਭ ਸੋਈ। ਪਰਮਾਤਮਾ ਨੇ ਸਾਰੇ ਜੀਵਾਂ ਨੂੰ ਆਪਣੇ ਚੇਤਨ ਸੱਤਾ ਰੂਪ ਸੂਤ ਦੇ ਨਾਲ ਪਰੋਇਆ ਹੋਇਆ ਹੈ, ਸਾਰਿਆਂ ਨੂੰ ਆਪਣੇ ਹੁਕਮ ਵਿੱਚ ਰੱਖਿਆ ਹੈ। ਸਾਰੇ ਜੀਵਾਂ ਦੀ ਇੱਕ ਪਰਾਲਬਧ ਬਣੀ ਹੋਈ ਹੈ, ਜਿਸ ਕਰਕੇ ਸੰਜੋਗ ਵਿਜੋਗ ਤੋਂ ਕਾਰਜ ਲਾਵਹਿ, ਇਹ ਦੋ ਕੰਮ ਚੱਲ ਰਹੇ ਹਨ। ਜਾ ਕੇ ਸੂਤ ਪਰੋਇਆ ਸੰਸਾਰ,
ਸਾਰਾ ਸੰਸਾਰ ਜਿਸ ਪਰਮਾਤਮਾ ਵਾਹਿਗੁਰੂ ਦੇ ਹੁਕਮ ਰੂਪ ਚੇਤਨ ਸੱਤਾ ਰੂਪ ਸੂਤ ਦੇ ਵਿੱਚ ਪਰੋਇਆ ਹੋਇਆ ਹੈ। ਆਪੇ ਸਿਵ ਸ਼ਕਤੀ ਸੰਜੋਗੀ। ਆਪ ਹੀ ਪਰਮਾਤਮਾ ਵਾਹਿਗੁਰੂ ਸਿਵ ਕਲਿਆਣ ਸਰੂਪ ਹੈ, ਸ਼ਕਤੀ ਮਾਇਆ ਰੂਪ ਹੈ ਤੇ ਇਹਨਾਂ ਦਾ ਸੰਜੋਗ ਕਰਾਉਣ ਵਾਲਾ ਹੈ। ਜੀਵ ਦੇ ਅੰਦਰ ਸਿਵ ਜੋ ਕਲਿਆਣ ਸਰੂਪ ਜੋਤ ਹੈ, ਪ੍ਰਭੂ ਪਰਮਾਤਮਾ ਦੀ ਅੰਸ਼ ਹੈ ਤੇ ਮਾਇਆ ਕਰਕੇ ਪੰਜੀਕ੍ਰਿਤ ਇਹ ਸਰੀਰ ਬਣਿਆ ਹੋਇਆ ਪੰਜ ਤੱਤਾਂ ਤੋਂ। ਪੰਜ ਅਸਥੂਲ ਤੱਤ ਹਨ ਤੇ 17 ਸੂਖਮ ਤੱਤ ਬਣੇ ਹੋਏ ਨੇ। ਇਸ ਤਰ੍ਹਾਂ ਆਪ ਹੀ ਪਰਮਾਤਮਾ ਵਾਹਿਗੁਰੂ ਸਿਵ ਪਰਖ ਰੂਪ ਹੈ, ਸ਼ਕਤੀ ਪ੍ਰਕਿਰਤੀ ਰੂਪ ਹੈ। ਇਹਨਾਂ ਦਾ ਸੰਜੋਗ ਕਰਕੇ ਸਾਰਾ ਸੰਸਾਰ ਬਣਾਉਣ ਵਾਲਾ ਹੈ। ਆਪ ਨਿਰਵਾਣੀ ਆਪੇ ਭੋਗੀ। ਆਪ ਹੀ ਪ੍ਰਭੂ ਵਾਹਿਗੁਰੂ ਪਰਮਾਤਮਾ ਨਿਰਵਾਣੀ ਆਦਤਾਂ ਤੋਂ ਰਹਿਤ ਹੈ। ਬਾਣ ਨਾਮ ਆਦਤ ਦਾ ਹੁੰਦਾ ਹੈ, ਕਿਸੇ ਤਰ੍ਹਾਂ ਦੀ ਉਸ ਨੂੰ ਕੋਈ ਆਦਤ ਨਹੀਂ ਹੈ। ਬਾਣੀ ਬੰਧਨਾਂ ਤੋਂ ਵੀ ਰਹਿਤ ਹੈ। ਨਿਰਵਾਣੀ ਉਹ ਆਪ ਪਰਮਾਤਮਾ ਤਿਆਗੀ ਹੈ, ਵਿਰਕਤ ਰੂਪ, ਆਪੇ ਭੋਗੀ ਤੇ ਆਪ ਹੀ ਸਾਰੇ ਸੰਸਾਰ ਦਾ ਰਾਜਾ ਰੂਪ ਹੋ ਕੇ ਭੋਗੀ ਹੈ, ਭੋਗਣ ਵਾਲਾ। ਜਿਵੇਂ ਰਾਜੇ ਕੋਲ ਸਾਰਾ ਕੁਝ ਹੀ ਹੁੰਦਾ ਹੈ, ਇਸ ਤਰ੍ਹਾਂ ਸਾਰਿਆਂ ਦਾ ਭੋਗ ਵੀ ਲਵਾਉਣ ਵਾਲਾ ਹੈ। ਆਪੇ ਭੋਗੀ ਸਾਰਿਆਂ ਦਾ ਭੋਗ ਵੀ ਪਾਉਣ ਵਾਲਾ ਹੈ, ਸਾਰਿਆਂ ਨੂੰ ਖਤਮ ਕਰਨ ਵਾਲਾ ਵੀ ਉਹ ਪਰਮਾਤਮਾ ਆਪ ਹੀ ਹੈ। ਜਤ ਕਤ ਵੇਖੋ ਤਤ ਤਤ ਸੋਏ। ਸਤਿਗੁਰੂ ਬਚਨ ਕਰਦੇ ਨੇ, ਜਿੱਥੇ ਵੀ ਅਸੀਂ ਦੇਖਦੇ ਹਾਂ, ਜਿੱਥੇ ਕਿੱਥੇ ਉੱਥੇ ਉੱਥੇ ਸਾਨੂੰ ਉਹ ਪਰਮਾਤਮਾ ਹੀ ਦਿਸਦਾ ਹੈ। ਜਹ ਜਹ ਵੇਖੋ ਤਹ ਹਜੂਰ, ਦੂਰ ਕਤਹੁ ਨਾ ਜਾਈ। ਰਬ ਰਹਿਆ ਸਰਬੱਤਰ ਮੈਂ, ਮਨ ਸਦਾ ਧਿਆਈ। ਜਿੱਥੇ ਜਿੱਥੇ ਵੀ ਅਸੀਂ ਨਿਗਾਹ ਮਾਰਦੇ ਹਾਂ, ਉੱਥੇ ਹੀ ਉਸ ਪਰਮਾਤਮਾ ਦੀ ਜੋਤ ਹੈ। ਸਭ ਕੁਝ ਉਸ ਤੋਂ ਬਣਿਆ ਹੋਇਆ ਹੈ। ਸਰੀਰ ਹਨ, ਪੰਜਾਂ ਤੱਤਾਂ ਕਰਕੇ ਪੈਦਾ ਹੁੰਦੇ ਨੇ। ਪੰਜਾਂ ਤੱਤਾਂ ਕਰਕੇ ਸਰੀਰਾਂ ਦੀ ਕਿਰਿਆ ਚੱਲਦੀ ਹੈ ਔਰ ਆਖਰ ਨੂੰ ਇਹ ਪੰਜ ਤੱਤ ਹੀ ਮਿਲ ਜਾਂਦੇ ਨੇ। ਪੰਜ ਤੱਤ ਪਰਮਾਤਮਾ ਤੋਂ ਬਣੇ ਹੋਏ ਨੇ, ਇਸ ਲਈ ਸਭ ਕੁਝ ਉਸ ਪਰਮਾਤਮਾ ਦਾ ਹੀ ਸਰੂਪ ਹੈ, ਬਦਲਵਾਂ ਸਰੂਪ ਹੈ। ਜਿਵੇਂ ਸਾਧ ਸੰਗਤ ਪਾਣੀ ਤੋਂ ਬੁਲਬੁਲੇ ਬਣ ਜਾਂਦੇ ਨੇ, ਲਹਿਰਾਂ ਬਣ ਜਾਂਦੀਆਂ ਨੇ, ਤਰੰਗਾਂ ਬਣ ਜਾਂਦੀਆਂ ਨੇ, ਝੱਗ ਬਣ ਜਾਂਦੀ ਹੈ, ਪਰ ਹੁੰਦਾ ਉਹ ਪਾਣੀ ਹੀ ਹੈ। ਪਾਣੀ ਦਾ ਬਦਲਵਾਂ ਰੂਪ ਹੁੰਦਾ ਹੈ। ਇਹ ਸੰਸਾਰ ਵੀ ਪਰਮਾਤਮਾ ਦਾ ਬਦਲਵਾਂ ਰੂਪ ਹੈ। ਵਾਹਿਗੁਰੂ ਤੋਂ ਹੀ ਸਭ ਕੁਝ ਬਣਿਆ ਹੋਇਆ ਹੈ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੈ ਏਕ ਓੰਕਾਰਾ। ਉਹ ਇੱਕ ਪਰਮਾਤਮਾ ਆਪ ਹੀ ਰਹਿਣ ਵਾਲਾ ਹੈ ਤੇ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਦ੍ਰਿਸ਼ਟ ਵਿੱਚ ਉਹ ਇੱਕ ਹੀ ਹੈ, ਉਸ ਤੋਂ ਬਿਨਾਂ ਦੂਜਾ ਕੋਈ ਨਹੀਂ। ਇਸ ਤਰ੍ਹਾਂ ਜਿੱਥੇ ਵੀ ਸਤਿਗੁਰੂ ਕਹਿੰਦੇ ਅਸੀਂ ਦੇਖਦੇ ਹਾਂ, ਉੱਥੇ ਉੱਥੇ ਸਾਨੂੰ ਪਰਮਾਤਮਾ ਹੀ ਦਿਸਦਾ ਹੈ। ਤਿਸ ਬਿਨ ਦੂਜਾ ਨਾਹੀ ਕੋਇ। ਉਸ ਵਾਹਿਗੁਰੂ ਤੋਂ ਬਿਨਾਂ ਸੰਸਾਰ ਵਿੱਚ ਹੋਰ ਕੋਈ ਦੂਜਾ ਨਹੀਂ ਹੈ। ਜੋ ਹੁਕਮ ਕਰਨ ਵਾਲਾ ਹੋਵੇ, ਪੈਦਾ ਕਰਨ ਵਾਲਾ ਹੋਵੇ, ਪਾਲਣ ਵਾਲਾ ਹੋਵੇ, ਮਾਰਨ ਵਾਲਾ ਹੋਵੇ, ਰੱਖਿਆ ਕਰਨ ਵਾਲਾ ਹੋਵੇ, ਉਸ ਤੋਂ ਬਿਨਾਂ ਕੋਈ ਨਹੀਂ। ਸਭ ਕੁਝ ਉਹੀ ਕਰ ਰਿਹਾ ਹੈ। ਸਾਗਰ ਤਰੀਐ ਨਾਮ ਕੈ ਰੰਗ। ਜਿਸ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਰੰਗ ਪ੍ਰੇਮ ਵਿੱਚ, ਨਾਮ ਦੇ ਵਿੱਚ ਜੁੜ ਕਰਕੇ ਇਸ ਸੰਸਾਰ ਸਾਗਰ ਨੂੰ ਤਰ ਜਾਈਦਾ ਹੈ। ਸਾਗਰ ਜਿਸ ਦੇ ਵਿੱਚ ਗਰ ਨਾਮ ਹੈ ਜ਼ਹਿਰ, ਮਾਇਆ ਰੂਪੀ ਜ਼ਹਿਰ ਹੀ ਹੈ। ਸਹਿਤ
ਮਾਇਆ ਰੂਪ ਗਰਲ ਜ਼ਹਿਰ ਦੇ ਇਹ ਸੰਸਾਰ ਰੂਪ ਸਾਗਰ ਹੈ ਨਾ, ਇਸ ਨੂੰ ਤਰਨ ਵਾਸਤੇ ਇੱਕ ਨਾਮ ਰੂਪੀ ਜਹਾਜ਼ ਹੈ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ, ਹਰ ਹਰ ਨਾਮ ਮੋਹਿਤ ਹੈ ਜਰ ਕਲਯੁਗ, ਖੇਵਟ ਗੁਰ ਸ਼ਬਦ ਤਰੋ। ਇਸ ਸੰਸਾਰ ਤੋਂ ਤਾਰਨ ਵਾਸਤੇ ਇੱਕ ਨਾਮ ਰੂਪੀ ਜਹਾਜ਼ ਹੈ। ਨਾਮ ਨਾਲ ਜੁੜ ਕੇ ਜੀਵ ਸੰਸਾਰ ਤੋਂ ਲੰਘਦੇ ਹਨ। ਗੁਣ ਗਾਵੇ ਨਾਨਕ ਸਾਧ ਸੰਗ, ਸਤਿਗੁਰੂ ਸਾਨੂੰ ਉਪਦੇਸ਼ ਕਰਦੇ ਨੇ, ਭਾਈ ਅਸੀਂ ਤਾਂ ਸਤ ਸੰਗਤ ਵਿੱਚ ਬੈਠ ਕਰਕੇ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦੇ ਹਾਂ। ਤੁਸੀਂ ਵੀ ਸੰਗਤ ਵਿੱਚ ਜੁੜ ਕਰਕੇ ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ। ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਕਰਨ ਕਾ ਇਹ ਸੁਆਓ। ਇਹੀ ਆਪਣੇ ਉਧਾਰ ਦਾ ਇੱਕ ਪ੍ਰਯੋਜਨ ਹੈ ਸਾਧ ਸੰਗਤ, ਸੰਸਾਰ ਤੋਂ ਤਰਨ ਦਾ, ਕਿ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਗੁਣ ਗਾਉਣੇ ਸ਼ੁਰੂ ਕਰ ਦਈਏ, ਵਾਹਿਗੁਰੂ ਦੀ ਸਿਫਤ ਕਰੀਏ। ਇੱਥੇ ਦੋ ਚੀਜ਼ਾਂ ਨੇ, ਇੱਕ ਤਾਂ ਸਾਡਾ ਉਦਮ ਵੀ ਹੁੰਦਾ, ਇੱਕ ਮਹਾਰਾਜ ਦੀ ਕਿਰਪਾ ਵੀ ਹੁੰਦੀ ਹੈ। ਜਿਵੇਂ ਛੋਟਾ ਜਿਹਾ ਬੱਚਾ ਆਪਣੇ ਮਾਤਾ ਪਿਤਾ ਦੇ ਕੋਲ ਚੱਲਣਾ ਤੁਰਨਾ ਫਿਰੇ ਨਾ, ਆਪਣੇ ਪਰਿਵਾਰ ਦੇ ਵਿੱਚ ਕੁਝ ਕੁ ਉਹਦਾ ਉਦਮ ਹੁੰਦਾ ਹੈ ਤੇ ਕੁਝ ਕੁ ਉਹਦੇ ਪਰਿਵਾਰ ਵਾਲੇ ਉਹਨੂੰ ਉਂਗਲ ਫੜ ਕੇ ਉਹਨੂੰ ਆਸਰਾ ਦੇ ਕੇ ਚੱਲਣਾ ਸਿਖਾ ਦਿੰਦੇ ਨੇ। ਇਸ ਤਰ੍ਹਾਂ ਸਤ ਸੰਗਤ ਵਿੱਚ ਮਹਾਂਪੁਰਖ ਗੁਰਮੁਖ ਜਗਿਆਸੂਆਂ ਦੀ ਮਦਦ ਕਰ ਦਿੰਦੇ ਹਨ। ਸਤਿਗੁਰੂ ਜੀ ਕਿਰਪਾ ਰਹਿਮਤ ਕਰਕੇ ਉਹਨਾਂ ਦੀਆਂ ਬੁਰੀਆਂ ਆਦਤਾਂ ਨੂੰ ਛੁਡਾ ਦਿੰਦੇ ਨੇ, ਔਗਣਾਂ ਨੂੰ ਛੁਡਾ ਦਿੰਦੇ ਹਨ। ਬੇਅੰਤੀ ਕਿਰਪਾ ਹੁੰਦੀ ਹੈ ਸਤ ਸੰਗਤ ਵਿੱਚ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਜੀਵਨ ਉੱਚੇ ਹੋ ਜਾਂਦੇ ਹਨ। ਮਾਰੇ ਕਹਿੰਦੇ ਭਾਈ ਸਾਧ ਸੰਗਤ ਵਿੱਚ, ਪ੍ਰਭੂ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਗੁਣ ਗਾਉਣਾ ਕਰੀਏ। ਮੁਕਤ ਭਗਤ ਜੁਗਤ ਵਸ ਜਾਕੈ, ਜਿਹੜੀਆਂ ਮੁਕਤੀਆਂ ਹਨ ਉਹਨਾਂ ਦੀ ਜੁਗਤੀ, ਤੇ ਜਿਹੜੇ ਭੁਗਤ ਪਦਾਰਥ ਹਨ ਉਹਨਾਂ ਦੀ ਜੁਗਤੀ, ਜਿਸ ਪਰਮਾਤਮਾ ਦੇ ਵਸ ਵਿੱਚ ਹੈ। ਮੁਕਤ ਨਾਮ ਹੈ ਸੰਸਾਰ ਤੋਂ ਛੁੱਟਣ ਦਾ। ਜੇ ਸੰਸਾਰ ਤੋਂ ਛੁੱਟਣਾ ਹੈ ਤਾਂ ਵੀ ਉਸ ਪਰਮਾਤਮਾ ਦੇ ਵਸ ਵਿੱਚ ਹੀ ਹੈ ਕਿ ਜੀਵ ਬੰਦਗੀ ਕਰੇ, ਨਾਮ ਜਪੇ। ਤੇ ਜੇ ਸਾਰੇ ਪਦਾਰਥ ਚਾਹੁੰਦਾ ਹੈ, ਚਾਰ ਪਦਾਰਥ ਜੇ ਕੋ ਮਾਗੈ, ਸਾਧ ਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦਕਾਵੈ। ਜਿਹੜੇ ਸੰਗਤ ਕਰਦੇ ਨੇ ਉਹਨਾਂ ਦੇ ਜਨਮਾਂ ਜਨਮਾਂ ਦੀ ਦਰਿਦਰਤਾ, ਗਰੀਬੀ, ਕੰਗਾਲਤਾ ਸਾਰੀ ਮਿਟ ਜਾਂਦੀ ਹੈ। ਸਤਿਗੁਰੂ ਜੀ ਕਰਜ਼ੇ ਵੀ ਲਾ ਦਿੰਦੇ ਨੇ ਸਾਧ ਸੰਗਤ। ਮਹਾਰਾਜ ਐਸੀ ਦਇਆ ਕਿਰਪਾ ਰਹਿਮਤ ਕਰ ਦਿੰਦੇ ਨੇ। ਜੇ ਕੋਈ ਪਦਾਰਥ ਲੈਣ ਆਉਂਦਾ ਹੈ ਤੇ ਉਹਦੀਆਂ ਝੋਲੀਆਂ ਪਦਾਰਥਾਂ ਦੇ ਨਾਲ ਭਰ ਦਿੰਦੇ ਨੇ, ਉਹਦੀਆਂ ਪੀੜ੍ਹੀਆਂ ਤ੍ਰਿਪਤ ਕਰ ਦਿੰਦੇ ਨੇ। ਤੇ ਜੇ ਕੋਈ ਸੰਸਾਰ ਤੋਂ ਛੁੱਟਣ ਵਾਸਤੇ ਆਉਂਦਾ ਹੈ, ਜਨਮ ਮਰਨ ਨੂੰ ਸਫਲ ਕਰਨ ਵਾਸਤੇ, ਉਹਦੇ ਜਨਮਾਂ ਜਨਮਾਂ ਦੇ ਲੇਖੇ ਪਾੜ ਕਰਕੇ ਉਹਨੂੰ ਪਰਮਾਤਮਾ ਨਾਲ ਮਿਲਾ ਦਿੰਦੇ ਨੇ। ਐਸੀ ਸਤਿਗੁਰਾਂ ਦੇ ਵਿੱਚ ਮਿਹਰ ਕਿਰਪਾ ਹੈ। ਜੇ ਕੋਈ ਭਾਈ ਮੁਕਤੀ ਚਾਹੁੰਦਾ ਹੈ, ਉਹ ਵੀ ਸਤਿਗੁਰਾਂ ਦੇ ਵਸ ਵਿੱਚ ਹੈ। ਮੁਕਤ ਕਰਨ ਦੀ ਜੁਗਤੀ ਸਤਿਗੁਰਾਂ ਦੇ ਕੋਲ ਹੈ ਕਿ ਨਾਮ ਰੂਪ ਦਾਰੂ ਦੇ ਕੇ ਸਤਿਗੁਰੂ ਜੀ ਔਗਣਾਂ ਤੋਂ ਛੁਡਾ ਕਰਕੇ ਆਪਣੇ ਗੁਰਸਿੱਖਾਂ ਦੀ ਕਲਿਆਣ ਕਰ ਦਿੰਦੇ ਹਨ। ਤੇ ਜੇ ਕੋਈ ਭੁਗਤ ਪਦਾਰਥ ਚਾਹੁੰਦਾ ਹੈ ਤਾਂ ਵੀ ਉਹਨੂੰ ਸੇਵਾ ਵਿੱਚ ਲਾ ਕੇ ਸੰਗਤ ਦੇ ਚਰਨਾਂ 'ਚ ਧੂੜੀ ਦੇ ਕੇ ਸਾਰੇ ਪਦਾਰਥਾਂ ਦੇ ਨਾਲ ਨਿਵਾਜ ਦਿੰਦੇ ਨੇ। ਇਹ ਸਾਰਾ ਕੁਝ ਸਤਿਗੁਰਾਂ ਦੇ ਵਸ ਵਿੱਚ ਹੀ ਹੈ। ਨਾਹੀ ਕਿਛ ਜਨ ਤਾਕੈ, ਸਤਿਗੁਰੂ ਕਹਿੰਦੇ ਜਨ ਹੇ ਭਾਈ ਤਾਕ ਹੈ, ਤਿਸ ਪ੍ਰਭੂ ਪਰਮਾਤਮਾ ਦੇ ਘਰ ਵਿੱਚ ਕੋਈ ਊਣ ਤਾਈ ਨਹੀਂ ਹੈ, ਕੋਈ ਕਮੀ ਨਹੀਂ ਹੈ ਵੀ ਉੱਥੇ ਫਲਾਨੀ ਥਾਂ ਇਸ ਤਰ੍ਹਾਂ ਕਮੀ ਆ ਜਾਵੇਗੀ। ਸਤ ਸੰਗਤ ਵਿੱਚ ਕੋਈ ਕਿਸੇ ਗੱਲ ਵੱਲੋਂ ਕਮੀ ਆ ਜਾਵੇਗੀ। ਹਾਂ ਇੱਥੇ ਇੱਕ ਕਮੀ ਹੈ ਵੀ ਇੱਥੇ ਕਿਸੇ ਨੂੰ ਔਗਣ ਨਹੀਂ ਮਿਲਦੀ, ਇੱਥੇ ਕਿਸੇ ਤੇ ਧਰੋ ਨਹੀਂ ਹੁੰਦਾ, ਕਿਸੇ ਨਾਲ ਵੈਰ ਨਹੀਂ ਹੁੰਦਾ। ਇੱਥੇ ਜੋ ਵੀ ਆਉਂਦਾ ਹੈ
ਉਹਦਾ ਭਲਾ ਹੀ ਹੋਈ ਜਾਂਦਾ ਹੈ। ਇਹ ਇੱਥੇ ਮਿਹਰ ਹੈ, ਦਇਆ ਹੈ, ਇੱਥੇ ਕਿਸੇ ਤਰ੍ਹਾਂ ਦੀ ਊਣਤਾਈ ਨਹੀਂ ਹੈ ਔਗਣਾ ਕਰਕੇ। ਸਤਿਗੁਰੂ ਮਹਾਰਾਜ ਕਹਿੰਦੇ ਇੱਥੇ ਸਦਾ ਹੀ ਗੁਣਾਂ ਦੇ ਨਾਲ ਸਾਗਰ ਭਰੇ ਹੋਏ ਮਿਲਦੇ ਨੇ, ਬਖਸ਼ਿਸ਼ਾਂ ਦੇ ਨਾਲ ਪਦਾਰਥ ਵੀ ਪ੍ਰਾਪਤ ਹੋ ਜਾਂਦੇ ਨੇ, ਸੋਭਾ ਵਡਿਆਈ ਵੀ ਮਿਲ ਜਾਂਦੀ ਹੈ, ਸਰੀਰ ਵੀ ਅਰੋਗ ਹੋ ਜਾਂਦੇ ਹਨ, ਸਾਰੀਆਂ ਹੀ ਬਖਸ਼ਿਸ਼ਾਂ ਹਨ। ਇਹ ਭਾਈ ਇੱਥੇ ਕਿਸੇ ਤਰ੍ਹਾਂ ਦੀ ਗੁਰੂ ਸ਼ਰਨ ਵਿੱਚ ਕੋਈ ਊਣਤਾਈ, ਕੋਈ ਕਮੀ ਨਹੀਂ ਹੈ। ਹਰ ਕਿਰਪਾ ਜਿਸ ਹੋਏ ਸੋ ਪ੍ਰਸੰਨ। ਸਤਿਗੁਰੂ ਕਹਿੰਦੇ ਜਿਸ ਤੇ ਕਿਰਪਾ ਕਰਕੇ ਭਲੀ ਪ੍ਰਕਾਰ ਪਰਮਾਤਮਾ ਪ੍ਰਸੰਨ ਹੋ ਜਾਂਦਾ ਹੈ, ਸੋ ਪ੍ਰਸੰਨ ਆਪਣੀ ਮਿਹਰ ਦੇ ਨਾਲ ਜਿਹਦੇ ਤੇ ਕਿਰਪਾ ਕਰ ਦਿੰਦਾ ਹੈ, ਪ੍ਰਸੰਨ ਹੋ ਕਰਕੇ। ਨਾਨਕ ਦਾਸ ਸਈ ਜਨ ਧਨ। ਸਤਿਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਨੇ ਭਾਈ ਉਹ ਸੰਸਾਰ ਦੇ ਵਿੱਚ ਧਨ ਹਨ ਗੁਰਮੁਖ, ਜਿਨ੍ਹਾਂ ਤੇ ਵਾਹਿਗੁਰੂ ਨੇ ਆਪ ਦਇਆ ਮਿਹਰ ਕੀਤੀ ਹੈ। ਇਸ ਤਰ੍ਹਾਂ ਭਗਤ ਪਰਮਾਨੰਦ ਜੀ ਬਚਨ ਕਰਦੇ ਨੇ, ਏਕ ਦਿਵਸ ਮਨ ਭਈ ਉਮੰਗ ਪੂਜਨ ਚਾਲੀ ਬ੍ਰਹਮ ਠਾਏ। ਇੱਕ ਦਿਨ ਸਾਡੇ ਮਨ ਵਿੱਚ ਇੱਛਾ ਪੈਦਾ ਹੋਈ, ਕਸ ਚੰਦਨ ਚੋਆ ਬਹੁਤ ਸੁਗੰਧ, ਤੇ ਅਸੀਂ ਮਨ ਵਿੱਚ ਵਿਚਾਰਿਆ ਕਿ ਅਸੀਂ ਹੁਣ ਪਰਮਾਤਮਾ ਦੀ ਪੂਜਾ ਕਰੀਏ। ਪੂਜਨ ਚਾਲੀ ਬ੍ਰਹਮ ਠਾਏ, ਕਈ ਤਰ੍ਹਾਂ ਦੇ ਸੁਗੰਧੀਆਂ ਵਾਲੇ ਪਦਾਰਥ ਲੈ ਲਏ, ਮੇਵੇ ਲੈ ਲੈਣਾ ਕੀਤੇ, ਹੋਰ ਵਸਤੂਆਂ ਲੈ ਕਰਕੇ ਪਰਮਾਤਮਾ ਦੀ ਪੂਜਾ ਕਰਨ ਵਾਸਤੇ ਚੱਲ ਪਏ। ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਪਰ ਜਦੋਂ ਸਤਿਗੁਰਾਂ ਨੇ ਸਾਨੂੰ ਆਵਾਜ਼ ਮਾਰ ਕੇ ਉਪਦੇਸ਼ ਦੇ ਕੇ ਦੱਸਿਆ ਕਿ ਰਾਮਾਨੰਦ ਜੀ ਉਹ ਪਰਮਾਤਮਾ ਤਾਂ ਤੁਹਾਡੇ ਹਿਰਦੇ 'ਚ ਹੀ ਹੈ, ਤੁਸੀਂ ਬਾਹਰ ਕਿਹਨੂੰ ਪੂਜਣ ਚੱਲੇ ਹੋ, ਬਾਹਰ ਕਿਸ ਨੂੰ ਲੱਭਦੇ ਫਿਰਦੇ ਹੋ, ਉਹ ਤਾਂ ਸਦਾ ਹੀ ਤੇਰੇ ਹਿਰਦੇ ਵਿੱਚ ਹੈ। ਕਦੇ ਹਿਰਦੇ ਵਿੱਚ ਉਹੋ ਜਿਹਾ ਭਾਵਨਾ ਬਣਾ ਕੇ, ਪ੍ਰੇਮ ਬਣਾ ਕੇ ਤੂੰ ਪਰਮਾਤਮਾ ਨੂੰ ਪੂਜਣ ਦੀ ਕੋਸ਼ਿਸ਼ ਕਰੀ, ਕਦੇ ਮਨ ਦੇ ਅੰਦਰ ਉਸ ਨੂੰ ਲੱਭੀ। ਬਾਹਰੋਂ ਅਸੀਂ ਲੱਭਦੇ ਹਾਂ ਪਰਮਾਤਮਾ ਨੂੰ, ਬਾਹਰੋਂ ਇੱਕ ਦੇਸ਼ੀ ਦੇਖਦੇ ਹਾਂ, ਪਰ ਉਹ ਤਾਂ ਸਰਬਦੇਸ਼ੀ ਹੈ, ਸਾਰਿਆਂ ਦੀ ਕਲਿਆਣ ਕਰਨ ਵਾਲਾ ਹੈ। ਜਦੋਂ ਆਪਣੇ ਹਿਰਦੇ ਵਿੱਚ ਉਸ ਨੂੰ ਦੇਖ ਲਿਆ ਤੇ ਬਾਹਰੋਂ ਸਭ ਥਾਵਾਂ ਤੇ ਉਸ ਨੂੰ ਦੇਖ ਲਿਆ। ਸਤਿਗੁਰ ਮੈਂ ਬਲਿਹਾਰੀ ਤੋਰ, ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ। ਸਤਿਗੁਰਾਂ ਤੋਂ ਬਲਿਹਾਰ ਹਾਂ ਜਿਨ੍ਹਾਂ ਨੇ ਸਾਰੇ ਹੀ ਭਰਮ ਕੱਟ ਦਿੱਤੇ। ਔਰ ਭਗਤ ਰਾਮਾਨੰਦ ਜੀ ਕਹਿੰਦੇ ਰਾਮਾਨੰਦ ਸੁਆਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਗੁਰੂ ਦਾ ਸ਼ਬਦ ਕਰੋੜਾਂ ਕਰਮ ਕੱਟ ਕੇ, ਜਨਮਾਂ ਜਨਮਾਂ ਦੇ ਲੇਖੇ ਮਾਫ ਕਰਕੇ ਆਪਣੇ ਪਿਆਰੇ ਨੂੰ ਸ਼ਬਦ ਵਿੱਚ ਮਿਲਾ ਲੈਂਦਾ ਹੈ। ਪਰਮਾਤਮਾ ਦੇ ਪਿਆਰੇ ਨੂੰ ਵਾਹਿਗੁਰੂ ਵਿੱਚ ਲੀਨ ਕਰ ਦਿੰਦਾ ਹੈ। ਨਾਨਕ ਦਾਸ ਸਈ ਜਨ ਧਨ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਉਹ ਗੁਰਮੁਖ ਪਿਆਰੇ ਧਨ ਤਾਂ ਜੋਗ ਹਨ। ਪਹਿਲੋ ਮਹਲਾ ਪੰਜਵਾ। ਭਗਤਾ ਮਨ ਆਨੰਦ ਗੋਬਿੰਦ। ਸਤਿਗੁਰੂ ਜੀ ਹੁਣ ਭਗਤਾਂ ਦੇ ਜੀਵਨ ਦਾ ਸਾਨੂੰ ਦੱਸਦੇ ਨੇ। ਭਗਤਾਂ ਦੇ ਮਨ ਵਿੱਚ ਸਦਾ ਹੀ ਆਨੰਦ ਹੈ। ਜਿਹੜੇ ਭਗਤੀ ਕਰਦੇ ਨੇ, ਪ੍ਰਭੂ ਦੇ ਗੁਣ ਗਾਉਂਦੇ ਹਨ, ਵਾਹਿਗੁਰੂ ਪਰਮਾਤਮਾ ਨੂੰ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ। ਜਿਨ੍ਹਾਂ ਦੀ ਇਹ ਅਵਸਥਾ ਬਣ ਗਈ ਹੈ, ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ। ਔਖਾ ਰਸਤਾ ਹੈ ਨਾ, ਸੰਸਾਰ ਦੇ ਮੋਹ ਨੂੰ ਛੱਡ ਕੇ, ਵਿਕਾਰਾਂ ਨੂੰ ਤਿਆਗ ਕਰਕੇ, ਆਪਣੀਆਂ ਇੱਛਾਵਾਂ ਨੂੰ ਸੰਕੋਚ ਕੇ ਭਗਤੀ ਕਰਨੀ ਪੈਂਦੀ ਹੈ। ਭਗਤੀ ਕਰਨ ਵਾਸਤੇ ਸਾਧ ਸੰਗਤ ਇੱਕ ਪਰਮਾਤਮਾ ਦੇ ਆਸਰੇ 'ਚ ਆਉਣਾ ਪੈਂਦਾ ਹੈ। ਇਸ ਲਈ ਮਹਾਰਾਜ ਨੇ ਬਚਨ ਕੀਤੇ, ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ।
ਉਹਨਾਂ ਨੇ ਲੱਭ ਵੀ ਛੱਡਿਆ। ਲੱਭ ਕਹਿੰਦੇ ਨੇ ਬਹੁਤਾ ਖਾਣ ਨੂੰ, ਉਹ ਬਹੁਤਾ ਖਾਣ ਵਿੱਚ ਮਨ ਨਹੀਂ ਲਾਉਂਦੇ। ਇਹ ਨਹੀਂ ਵੀ ਜੋ ਮਿਲ ਗਿਆ ਤੇ ਅੰਦਰ ਸਿੱਟ ਲਿਆ, ਨਹੀਂ। ਉਹਨਾਂ ਦੀ ਰਸਨਾ ਜਿਹੜੀ ਹੈ ਸਬਰ ਦੇ ਵਿੱਚ, ਸੰਤੋਖ ਦੇ ਵਿੱਚ ਲੱਗੀ ਹੋਈ ਹੈ। ਬਹੁਤਾ ਨਾ ਹੀ ਬੋਲਣਾ, ਤੇ ਨਾ ਹੀ ਉਹ ਲੋਭ ਕਰਦੇ ਨੇ ਪਦਾਰਥਾਂ ਦਾ, ਅਹੰਕਾਰ ਵੀ ਛੱਡ ਦਿੰਦੇ ਨੇ। ਨਾ ਹੀ ਉਹ ਸੰਸਾਰ ਵਿੱਚ ਬਹੁਤਾ ਬੋਲਦੇ ਨੇ, ਖਰਾਬ ਨਹੀਂ ਕਰਦੇ ਆਪਣੇ ਆਪ ਨੂੰ ਬੋਲ ਕਰਕੇ। ਬਹੁਤਾ ਬੋਲਣ ਝੱਖਣ ਹੋਏ, ਵੈਣ ਬੋਲਿਆ ਜਾਣੈ ਸਭ ਸੋਏ। ਬਹੁਤਾ ਬੋਲਣਾ ਖਰਾਬ ਹੋਣਾ ਹੀ ਹੈ ਨਾ। ਪਰ ਭਗਤ ਜਿਹੜੇ ਨੇ ਉਹ ਸਾਧ ਸੰਗਤ ਬਹੁਤਾ ਵੀ ਬੋਲਦੇ ਨੇ। ਖੰਨਿਓ ਤਿੱਖੀ ਵਾਲੋ ਨਿੱਕੀ ਏ ਤਮਾਰਗ ਜਾਣਾ। ਖੰਡੇ ਦੀ ਧਾਰ ਨਾਲੋਂ ਤਿੱਖੀ, ਵਾਲ ਤੋਂ ਨਿੱਕੀ, ਇਹ ਜਿਹੜਾ ਰਸਤਾ ਬਣਿਆ ਹੋਇਆ ਨਾ, ਉਸ ਰਸਤੇ ਪਰਮਾਤਮਾ ਦੇ ਪਿਆਰੇ ਲੰਘਦੇ। ਉਹ ਕਿਵੇਂ ਕਿ ਉਹਨਾਂ ਨੂੰ ਆਪਣੇ ਜੀਵਨ ਅੰਦਰ ਬੜੀ ਬਰੀਕ ਬੁੱਧੀ ਰੱਖਣੀ ਪੈਂਦੀ ਹੈ, ਬੜਾ ਸੰਕੋਚ ਕੇ ਚੱਲਣਾ ਪੈਂਦਾ ਹੈ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋ ਜੇ, ਕਿਸੇ ਦਾ ਕੋਈ ਮਨ ਨਾ ਦੁਖੇ। ਉਹ ਕਿਸੇ ਦਾ ਮਨ ਵੀ ਨਹੀਂ ਦੁਖਾਉਂਦੇ ਸਾਧ। ਇਹ ਹੈ ਬੜਾ ਔਖਾ ਸੰਸਾਰ ਵਿੱਚ, ਇਸ ਤਰ੍ਹਾਂ ਵਿਚਰਨਾ ਬੜਾ ਔਖਾ ਹੈ। ਪਰ ਮਹਾਰਾਜ ਕਹਿੰਦੇ ਉਹ ਜਿਹੜੇ ਗੁਰਮੁਖ ਨੇ ਆਪਣੇ ਜੀਵਨ ਦੇ ਸਾਰੇ ਦੁੱਖ ਹੰਢਾ ਲੈਂਦੇ ਨੇ, ਕਿਸੇ ਨੂੰ ਦੁਖੀ ਨਹੀਂ ਕਰਦੇ। ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਪਰਮਾਤਮਾ ਦਾ ਭਾਣਾ ਮੰਨਣ ਰੂਪ ਉਹ ਖੰਡੇ ਦੀ ਧਾਰ ਨਾਲੋਂ ਤਿੱਖੀ ਚਾਲ ਚੱਲਦੇ ਨੇ। ਆਪਣੀ ਬੁੱਧੀ ਨੂੰ ਤੀਖਣ ਰੱਖਦੇ ਹਨ ਵਿਸ਼ੇ ਵਿਕਾਰਾਂ ਤੋਂ ਬਚਾਉਣ ਵਾਸਤੇ। ਇਹ ਉਹਨਾਂ ਨੇ ਖੰਡੇ ਦੀ ਧਾਰ ਨਾਲੋਂ ਤਿੱਖਾ ਰਸਤਾ ਅਪਣਾਉਣਾ ਕੀਤਾ ਹੈ। ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਜਿਨ੍ਹਾਂ 'ਤੇ ਗੁਰੂ ਸਾਹਿਬਾਂ ਦੀ ਪ੍ਰਸਾਦ ਕਿਰਪਾ ਹੋਈ ਹੈ ਤੇ ਜਿਨ੍ਹਾਂ ਨੇ ਆਪਾ ਭਾਵ ਛੱਡ ਦਿੱਤਾ ਹੈ, ਉਹਨਾਂ ਦੀਆਂ ਸਾਰੀਆਂ ਵਾਸਨਾ ਲੈ ਹੋ ਗਈਆਂ ਹਨ, ਸਮਾ ਗਈਆਂ ਨੇ। ਮਹਾਰਾਜ ਕਹਿੰਦੇ ਇਹ ਭਗਤਾਂ ਦਾ ਜੀਵਨ ਹੁੰਦਾ ਹੈ। ਭਗਤਾਂ ਦਾ ਜੀਵਨ ਬੜਾ ਅਸਚਰਜ ਹੈ। ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਫਰੀਦ ਜੀ, ਉਹਨਾਂ ਦਾ ਜੀਵਨ ਪੜ੍ਹੀਏ, ਦੇਖੋ ਕਿੰਨਾ ਸਰਲ ਜੀਵਨ ਹੈ। ਸਾਰੀਆਂ ਬਖਸ਼ਿਸ਼ਾਂ ਵੀ ਕੋਲੇ ਨੇ, ਪਰ ਫਿਰ ਵੀ ਪ੍ਰਮਾਤਮਾ ਦਾ ਭਾਣਾ ਮੰਨਦੇ ਨੇ। ਭਗਤ ਰਵਿਦਾਸ ਜੀ ਜੁੱਤੀਆਂ ਗੰਢਿਆ ਕਰਦੇ, ਇੱਕ ਫਕੀਰ ਨੇ ਲਿਆ ਕਰਕੇ ਪਾਰਸ ਦੀ ਵੱਟੀ ਰੱਖ ਦਿੱਤੀ ਹੱਥ ਦੀ ਤਲੀ ਤੇ, ਦੱਸਿਆ ਕਿ ਇਸ ਵਿੱਚ ਕਿੰਨੇ ਗੁਣ ਨੇ, ਇਹ 8 ਧਾਤਾਂ ਨੂੰ ਸੋਨਾ ਬਣਾ ਦਿੰਦਾ ਹੈ ਤੇ ਤੁਸੀਂ ਜਿੰਨਾ ਮਰਜ਼ੀ ਪਰ ਉਪਕਾਰ ਕਰਿਓ, ਕਿੰਨੀ ਮਰਜ਼ੀ ਲੋਕਾਂ ਦੀ ਮਦਦ ਕਰਿਓ। ਭਗਤ ਜੀ ਕਹਿੰਦੇ ਨਹੀਂ, ਜਿਹੜੀ ਅਸੀਂ ਆਪਣੀ ਮਿਹਨਤ ਕਰਕੇ ਦੁਨੀਆ 'ਤੇ ਲੋਕਾਂ ਦੀ ਮਦਦ ਕਰਦੇ ਹਾਂ, ਫਕੀਰਾਂ ਦੀ ਸੇਵਾ ਕਰਦੇ ਹਾਂ, ਉਹ ਰਸ ਨਹੀਂ ਆਵੇਗਾ। ਇਸ ਧਨ ਦੇ ਨਾਲ ਉਹ ਸਾਨੂੰ ਸੁੱਖ ਨਹੀਂ ਮਿਲੇਗਾ। ਤਾਂ ਸਾਧ ਸੰਗਤ ਉਹ ਪਾਰਸ ਦੀ ਵੱਟੀ ਇੱਕ ਥਾਂ 'ਤੇ ਪਈ ਰਹੀ। ਫਕੀਰ ਨੇ ਦੁਆਰਾ ਫਿਰ ਆ ਕੇ ਦੇਖਿਆ ਵੀ ਇਹ ਤਾਂ ਐਸੇ ਭਗਤ ਨੇ ਪ੍ਰਭੂ ਦੇ ਚਰਨਾਂ ਵਿੱਚ ਹੀ ਮਿਲੇ ਹੋਏ ਨੇ। ਸੋ ਮਹਾਰਾਜ ਕਹਿੰਦੇ ਭਗਤਾ ਮਨ ਆਨੰਦ ਗੋਬਿੰਦ। ਗੋਬਿੰਦ ਪਰਮਾਤਮਾ ਵਾਹਿਗੁਰੂ ਨੂੰ ਆਰਾਧਦਿਆਂ ਭਗਤਾਂ ਦੇ ਮਨ ਵਿੱਚ ਸਦਾ ਵਾਸਤੇ ਆਨੰਦੀ ਪੈਦਾ ਹੋ ਗਿਆ ਹੈ। ਅਸਥਿਤ ਭਏ ਬਿਨਸੀ ਸਭ ਚੰਡ। ਉਹ ਅਸਥਿਤ ਟਿਕ ਗਏ ਹਨ। ਅਸਥਿਤ ਕਹਿੰਦੇ ਨੇ ਇੱਕ ਥਾਂ 'ਤੇ ਰੁਕ ਜਾਣ। ਉਹਨਾਂ ਦਾ ਜੀਵਨ ਐਸਾ ਹੈ ਕਿ ਕਦੇ ਉਹ ਡੋਲਦੇ ਨਹੀਂ, ਕਦੇ ਉਹ ਭਰਮਦੇ ਨਹੀਂ, ਕਦੇ ਭੁਲੇਖੇ 'ਚ ਨਹੀਂ ਪੈਂਦੇ, ਕਦੇ ਉਹ ਡਰਦੇ ਨਹੀਂ, ਕਦੇ ਉਹ ਤੜਫਦੇ ਨਹੀਂ, ਰੋਗੀ ਨਹੀਂ ਹੁੰਦੇ। ਉਹ ਅਸਥਿਤ ਹੋ ਗਏ ਨੇ। ਜਿਵੇਂ ਪਰਮਾਤਮਾ ਹੈ ਨਾ, ਪਰਮਾਤਮਾ ਨੂੰ ਕੋਈ ਡੁਲਾ ਨਹੀਂ ਸਕਦਾ। ਉਸ ਨੂੰ ਉਹ ਪਰਮਾਤਮਾ ਦੀ ਅਵਸਥਾ ਦੇ ਵਿੱਚੋਂ ਕੋਈ ਥੱਲੇ ਨਹੀਂ ਲਿਆ ਸਕਦਾ। ਸੰਸਾਰੀ ਜੀਵ ਨੇ ਕਦੇ ਪਦਾਰਥਾਂ ਦੇ ਨਾਲ ਭਰ ਜਾਂਦੇ ਨੇ, ਰਾਜੇ ਬਣ ਜਾਂਦੇ, ਕਦੇ ਸਾਧ ਸੰਗ ਪਦਾਰਥ ਮੁੱਕ ਜਾਂਦੇ ਨੇ, ਗਰੀਬ ਹੋ ਜਾਂਦੇ ਨੇ। ਕਾਹੂ ਪਹਿ ਮੋਤੀ ਮੁਕਤਾਹਲ, ਕਾਹੂ ਵਿਆਧ ਲਗਾਈ। ਸਤਿਗੁਰੂ ਮਹਾਰਾਜ ਕਹਿੰਦੇ ਕਿਸੇ ਨੂੰ ਤਾਂ ਪਰਮਾਤਮਾ ਨੇ
ਮੋਤੀਆਂ ਦੇ ਮੰਦਰ ਦਿੱਤੇ ਹੋਏ ਨੇ, ਮਾਇਆ ਹੀ ਮਾਇਆ ਦਿੱਤੀ ਹੋਈ ਹੈ। ਅਤੇ ਕੋਈ ਵਿਚਾਰੇ ਗਰੀਬ ਨੇ, ਉਹ ਰੋਗਾਂ ਦੇ ਵਿੱਚ ਹੀ ਤੜਫੀ ਜਾਂਦੇ। ਪਰਮਾਤਮਾ ਦੇ ਭਗਤ ਐਸੇ ਨਹੀਂ ਹੁੰਦੇ। ਉਹ ਤਾਂ ਜਿਵੇਂ ਪਰਮਾਤਮਾ ਵਾਹਿਗੁਰੂ ਹੈ ਨਾ, ਡਿੱਗੈ ਨਾ ਡੋਲੈ, ਦ੍ਰਿੜ ਕਰ ਰਹੇ ਹੋ, ਉਸ ਤਰ੍ਹਾਂ ਕਦੇ ਡਿੱਗਦੇ ਨਹੀਂ, ਕਦੇ ਡੋਲਦੇ ਨਹੀਂ, ਅਸਥਿਤ ਇੱਕ ਅਵਸਥਾ ਦੇ ਵਿੱਚ। ਹੁਣ ਇੱਥੇ ਭਗਤ ਪ੍ਰਹਿਲਾਦ ਜੀ ਦੀ ਗੱਲ ਕਰੀਏ। 5 ਸਾਲ ਦੀ ਉਮਰ, ਅਤੇ ਉਹਨਾਂ ਦੇ ਪਿਤਾ ਨੇ ਕਿੰਨੇ ਦੁੱਖ ਦੇਣੇ ਚਾਹੇ। ਭਗਤ ਪ੍ਰਹਿਲਾਦ ਜੀ ਨੂੰ ਜਿੱਥੇ ਪੜ੍ਹਨ ਵਾਸਤੇ ਭੇਜਿਆ ਸੀ, ਸੰਡਾ ਅਤੇ ਮਰਕਾ 2 ਦੈਂਤ ਸਨ। ਇਹਨਾਂ ਦੈਂਤਾਂ ਨੂੰ ਕਿਹਾ ਕਿ ਤੁਸੀਂ ਸਿਖਾਉਣਾ ਹੀ ਇਹ ਹੈ ਕਿ ਹਰਨਾਕਸ਼ ਹੀ ਸਭ ਕੁਝ ਕਰਨ ਵਾਲਾ ਹੈ, ਹਰਨਾਕਸ਼ ਨੇ ਦੁਨੀਆ ਪੈਦਾ ਕੀਤੀ ਹੈ, ਹਰਨਾਕਸ਼ ਹੀ ਦੁਨੀਆ ਨੂੰ ਪਾਲਦੇ ਹੈ, ਵੀ ਤੁਸੀਂ ਇਹੋ ਜਿਹਾ ਕੁਛ ਹੀ ਸਿਖਾਈ ਜਾਣਾ ਬਸ। ਅਤੇ ਪਰ ਜਦੋਂ ਸਾਧ ਸੰਗਤ ਉਹ ਦੈਂਤ ਪੜ੍ਹਾਉਣ ਲੱਗਣ ਨਾ, ਅਤੇ ਭਗਤ ਜੀ ਰਾਮ ਰਾਮ ਕਰਨ ਲੱਗ ਜਾਣ। ਜਿਹੜੇ ਹੋਰ ਨਾਲ ਦੇ ਸਾਥੀ ਬੱਚੇ ਪੜ੍ਹਨ ਵਾਲੇ ਸੀ, ਭਗਤ ਜੀ ਨੇ ਉਹਨਾਂ ਨੂੰ ਵੀ ਨਾਮ ਜਪਣ ਲਾ ਦਿੱਤਾ। ਇਹ ਗੁਰਬਾਣੀ ਵਿੱਚ ਬਚਨ ਆਉਂਦੇ ਨੇ, ਉੱਥੇ ਇਹਨਾਂ ਦੋਹਾਂ ਦੈਂਤਾਂ ਨੇ ਆ ਕਰਕੇ ਹਰਨਾਕਸ਼ ਨੂੰ ਕਿਹਾ ਵੀ ਇਹਨੇ ਤਾਂ ਦੂਜੇ ਬੱਚੇ ਵੀ ਖਰਾਬ ਕਰ ਦਿੱਤੇ। ਤੂੰ ਕਹਿੰਦਾ ਨਾ ਵੀ ਮੇਰੇ ਬੱਚੇ ਨੂੰ ਮੇਰੇ ਬਾਰੇ ਦੱਸੋ, ਪਰ ਇਹ ਤਾਂ ਦੂਜੇ ਬੱਚਿਆਂ ਨੂੰ ਵੀ ਵਿਗਾੜ ਰਿਹਾ ਹੈ। ਪ੍ਰਹਿਲਾਦ ਜਨ ਚਾਟੜੇ ਵਿਗਾੜੇ, ਸੰਡਾ ਮਰਕਾ ਜਾਏ ਪੁਕਾਰੇ। ਉਹ ਜਾ ਕਰਕੇ ਪੁਕਾਰ ਕਰਦੇ ਹਨ ਹਰਨਾਕਸ਼ ਦੇ ਕੋਲ, ਪਰ ਭਗਤ ਜੀ ਉਹਨਾਂ ਨੂੰ ਵੀ ਪਰਮਾਤਮਾ ਦੇ ਨਾਮ ਦੀ ਲਗਨ ਲਾ ਦਿੰਦੇ ਨੇ, ਉਹਨਾਂ ਬੱਚਿਆਂ ਨੂੰ। ਅਤੇ ਫਿਰ ਸਾਧ ਸੰਗਤ ਇੱਕ ਕਮਰੇ ਵਿੱਚ ਤਾੜਿਆ ਗਿਆ। ਸੱਪ ਹੀ ਛੱਡੇ ਗਏ ਉੱਥੇ, ਜਿਵੇਂ ਬੱਚੇ ਸੱਪ ਤੋਂ ਡਰ ਜਾਂਦੇ ਨੇ ਨਾ, ਸੱਪਾਂ ਵਾਲੇ ਕਮਰੇ ਵਿੱਚ ਤਾੜ ਦਿੱਤਾ, ਬਾਹਰੋਂ ਜਿੰਦਾ ਲਾ ਦਿੱਤਾ। ਪਰ ਭਗਤ ਜੀ ਉੱਥੇ ਬੈਠੇ ਵੀ ਰਾਮ ਦੇ ਗੁਣ ਗਾਏ ਗਏ। ਫਿਰ ਪਾਣੀ ਵਿੱਚ ਡੋਬਣ ਦੀ ਕੋਸ਼ਿਸ਼ ਕੀਤੀ, ਅੱਗ ਦੇ ਵਿੱਚ ਸਾੜਨ ਦੀ ਕੋਸ਼ਿਸ਼ ਕੀਤੀ, ਉੱਪਰੋਂ ਖਾਈ ਦੇ ਵਿੱਚ ਸੁੱਟਿਆ ਗਿਆ। ਇਸ ਤਰ੍ਹਾਂ ਬੜੇ ਹੀ ਦੁੱਖ ਦਿੱਤੇ ਭਗਤ ਜੀ। ਪਰ ਭਗਤ ਜੀ ਨੇ ਕਦੇ ਹਾਏ ਨਹੀਂ ਕਿਹਾ, ਸਦਾ ਹੀ ਉਸ ਗੋਬਿੰਦ ਪਰਮਾਤਮਾ ਦੇ ਵਿੱਚ ਜੁੜੇ ਰਹੇ, ਪਰਮਾਤਮਾ ਦੇ ਗੁਣ ਹੀ ਗਾਉਂਦੇ ਰਹੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਗਤਾਂ ਦਾ ਜੀਵਨ ਹੁੰਦਾ ਹੈ। ਭਗਤ ਕਬੀਰ ਜੀ ਬਚਨ ਕਰਦੇ ਨੇ, ਅਬ ਮੋਕੋ ਭਏ ਰਾਜਾ ਰਾਮ ਸਹਾਈ, ਜਨਮ ਮਰਨ ਕੱਟ ਪਰਮ ਗਤ ਪਾਈ, ਸਾਧੂ ਸੰਗਤ ਦਿਓ ਰਲਾਏ, ਪੰਜ ਦੂਤ ਤੇ ਲਿਓ ਛਡਾਏ। ਮੈਨੂੰ ਹੁਣ ਗੋਬਿੰਦ ਪਰਮਾਤਮਾ ਆਪ ਸਹਾਇਤਾ ਕਰਨ ਵਾਲਾ ਹੋ ਗਿਆ। ਜਦੋਂ ਮਾਂ ਬਾਪ ਆਪ ਬੱਚੇ ਦੀ ਸਹਾਇਤਾ ਕਰਨ, ਪ੍ਰਤਪਾਲਣਾ ਕਰਨ, ਤਾਂ ਉਹਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਂਦੀ ਸੰਸਾਰ ਦੇ ਵਿੱਚ। ਹੁੰਦਾ ਤਾਂ ਨਵ ਜੰਮਿਆ ਬੱਚਾ ਹੈ ਨਾ, ਪਰ ਉਹਨੂੰ ਮਾਂ ਹੈ ਉਹਦੇ ਕੋਲ, ਉਹਦਾ ਪਿਤਾ ਹੈ, ਤਾਂ ਕੋਈ ਸੰਸਾਰ ਵਿੱਚ ਦਿੱਕਤ ਨਹੀਂ ਆਉਂਦੀ ਉਹਦੀ ਪਾਲਣਾ ਵਿੱਚ। ਇਸ ਤਰ੍ਹਾਂ ਪਰਮਾਤਮਾ ਆਪਣੇ ਭਗਤਾਂ ਦੀ ਸੰਸਾਰ ਵਿੱਚ ਪਾਲਣਾ ਕਰਦਾ ਹੈ। ਸਤਿਗੁਰੂ ਕਹਿੰਦੇ ਸਾਧੂ ਸੰਗਤ ਦਿਓ ਰਲਾਏ, ਪੰਜ ਦੂਤ ਤੇ ਲਿਓ ਛਡਾਏ। ਜਿਹਦੇ 'ਤੇ ਵਾਹਿਗੁਰੂ ਕਿਰਪਾ ਕਰਦਾ ਹੈ, ਪਹਿਲਾਂ ਤਾਂ ਉਹਨੂੰ ਸਾਧੂਆਂ ਦੀ ਸੰਗਤ ਮਿਲੇਗੀ, ਗੁਰਮੁਖਾਂ ਦੀ ਸੰਗਤ ਮਿਲੇਗੀ, ਅਤੇ ਉਹਦਾ ਮਨ ਉੱਥੇ ਜੁੜੇਗਾ, ਉੱਥੇ ਸਮਝੇਗਾ, ਉੱਥੋਂ ਸਿੱਖਿਆ ਗ੍ਰਹਿਣ ਕਰੇਗਾ। ਫਿਰ ਉਹਦੇ ਜਿਹੜੇ ਪੰਜ ਦੂਤ ਨੇ ਉਹਦੇ 'ਤੇ ਅਸਰ ਨਹੀਂ ਪਾ ਸਕਦੇ ਸਨ। ਭਗਤ ਕਬੀਰ ਜੀ ਕਹਿੰਦੇ ਪੰਜ ਦੂਤ ਤੇ ਲਿਓ ਛਡਾਏ, ਅੰਮ੍ਰਿਤ ਨਾਮ ਜਪੋ ਜਪ ਰਸਨਾ, ਅਮੋਲ ਦਾਸ ਕਰ ਲੀਨੋ ਆਪਣਾ। ਮੈਂ ਹੁਣ ਪਰਮਾਤਮਾ ਦਾ ਨਾਮ ਹੀ ਜਪੀ ਜਾਂਦਾ, ਅਤੇ ਮੈਨੂੰ ਵਾਹਿਗੁਰੂ ਨੇ ਇੱਕ ਅਮੋਲਕ ਦਾਸ ਬਣਾ ਲਿਆ। ਉਹ ਦਾਸ ਜਿਹੜਾ ਖਾਸ ਹੋਵੇ, ਜਿਹਦੇ 'ਤੇ ਵਾਹਿਗੁਰੂ ਦੀ ਖਾਸ ਕਿਰਪਾ ਹੋਵੇ ਨਾ, ਉਹ ਅਮੋਲਕ ਦਾਸ ਹੁੰਦਾ ਹੈ। ਭਗਤ ਜੀ ਕਹਿੰਦੇ ਮੈਨੂੰ ਮੁੱਲ ਤੋਂ ਰਹਿਤ ਐਸਾ ਆਪਣਾ ਦਾਸ ਬਣਾ ਲੈਣਾ ਕੀਤਾ ਹੈ। ਸਤਿਗੁਰ ਕੀਨੋ ਪਰ ਉਪਕਾਰ, ਕਾਢ ਲੀਨ ਸਾਗਰ ਸੰਸਾਰ। ਉੱਧਰੋਂ ਸਤਿਗੁਰਾਂ ਨੇ ਪਰ ਉਪਕਾਰ ਕੀਤਾ ਕਿ ਮੈਨੂੰ ਇਸ ਸੰਸਾਰ ਸਾਗਰ ਤੋਂ ਕੱਢ ਹੀ ਲੈਣਾ ਕੀਤਾ। ਜਿੱਥੇ ਸਾਡਾ ਮਨ ਹਰ ਸਮੇਂ ਸੰਸਾਰ ਦੇ ਸੁੱਖਾਂ ਨੂੰ ਲੈਣ ਵਾਸਤੇ ਤੜਫਦਾ ਰਹਿੰਦਾ, ਦੁੱਖਾਂ ਵਿੱਚ ਦੁਖੀ ਹੋ ਜਾਂਦਾ, ਅਤੇ ਹਰ ਸਮੇਂ ਹਾਏ ਹਾਏ ਕਰਦਾ ਰਹਿੰਦਾ ਨਾ, ਜਦੋਂ ਗੁਰੂ ਸਾਹਿਬ ਕਿਰਪਾ ਕਰ ਦਿੰਦੇ ਨੇ, ਫਿਰ ਇਹੀ ਮਨ ਸਾਧ ਸੰਗਤ ਸੁੱਖਾਂ ਵਿੱਚ ਦੁੱਖਾਂ ਵਿੱਚ ਇੱਕ ਰਸ ਹੋ ਜਾਂਦਾ। ਉਦੋਂ ਦੁਖੀ ਨਹੀਂ ਕਰ ਸਕਦੇ ਮਨ ਨੂੰ।
ਔਰ ਕੋਈ ਵਾਸ਼ਨਾ ਨਹੀਂ ਰਹਿੰਦੀ ਮਨ ਦੇ ਵਿੱਚ, ਕੋਈ ਇੱਛਾਵਾਂ ਨਹੀਂ ਰਹਿੰਦੀ। ਜੋ ਪਰਮਾਤਮਾ ਦਿੰਦਾ ਉਸ ਦੇ ਭਾਣੇ ਵਿੱਚ ਹੀ ਗੁਰਮੁਖ ਜੀਵਨ ਬਤੀਤ ਕਰੀ ਜਾਂਦੇ ਨੇ। ਜਿਨ੍ਹਾਂ 'ਤੇ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਹੈ, ਉਹਨਾਂ ਨੂੰ ਇਹ ਬਖਸ਼ਿਸ਼ ਕੀਤੀ ਹੈ ਮਹਾਰਾਜ ਜੀ ਨੇ। ਕਾਢ ਲੀਨ ਸਾਗਰ ਸੰਸਾਰ, ਮਾਇਆ ਤਪਤ ਬੁਝਿਆ ਅੰਗਿਆਰ। ਉਹਨਾਂ ਦੇ ਅੰਦਰ ਮਾਇਆ ਦੀ ਜਿਹੜੀ ਤਪਸ਼ ਹੈ, ਲੋਕ ਤਾਂ ਕਹਿੰਦੇ ਸਾਨੂੰ ਮਾਇਆ ਚਾਹੀਦੀ ਹੈ। ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਤ ਹੈ। ਪਰ ਪਰਮਾਤਮਾ ਦੇ ਭਗਤ ਸਾਧ ਸੰਗਤ ਉਸ ਥੋੜ੍ਹੇ ਵਿੱਚ ਹੀ ਜੀਵਨ ਗੁਜ਼ਾਰੀ ਜਾਂਦੇ ਨੇ। ਉਹਨਾਂ ਦੇ ਅੰਦਰ ਜਿਹੜਾ ਮਾਇਆ ਦਾ ਤਪਸ਼ ਹੈ ਨਾ, ਇਹ ਅੰਗਿਆਰ ਹੀ ਬੜ ਰਿਹਾ ਨਾ ਸਾਡੇ ਅੰਦਰ। ਈਰਖਾ ਪੈਦਾ ਹੋ ਜਾਂਦੀ ਹੈ, ਕਿਸੇ ਦਾ ਧਨ ਦੇਖ ਕੇ, ਕਿਸੇ ਦੇ ਘਰ ਸੁੱਖ ਦੇਖ ਕੇ, ਪਦਾਰਥ ਦੇਖ ਕੇ ਮਨ ਤੜਫਦਾ ਰਹਿੰਦਾ ਕਿ ਮੇਰੇ ਕੋਲ ਕਿਉਂ ਨਹੀਂ। ਪਰ ਜਿਹੜੇ ਗੁਰਮੁਖ ਨੇ ਉਹਨਾਂ ਦੇ ਅੰਦਰ ਸ਼ਾਂਤੀ ਹੈ, ਟਿਕਾਅ ਹੈ। ਉਹ ਇਹਨਾਂ ਦੇ ਜਿਹੜਾ ਅੰਗਿਆਰ ਹੈ ਮਾਇਆ ਦਾ ਬੁਝ ਗਿਆ ਹੈ ਗੁਰਮੁਖਾਂ ਦੇ ਅੰਦਰ। ਤਾਂ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਗੁਰਮੁਖਾਂ ਦਾ ਜੀਵਨ ਹੈ ਅਸਥਿਤ ਭਏ, ਉਹ ਟਿਕ ਗਏ ਨੇ ਇੱਕ ਅਵਸਥਾ ਦੇ ਵਿੱਚ, ਨਾਮ ਦੇ ਜੁੜ ਕਰਕੇ ਟਿਕ ਗਏ ਨੇ। ਬਿਨਸੀ ਸਭ ਚਿੰਤ, ਤੇ ਜਿਹੜੀਆਂ ਦੁਨੀਆ ਦੀਆਂ ਚਿੰਤਾਵਾਂ ਨੇ ਸਾਰੀਆਂ ਹੀ ਉਹਨਾਂ ਦੀਆਂ ਨਾਸ ਹੋ ਗਈਆਂ ਹਨ। ਖਿਨ ਸਮੇਂ ਦੇ ਵਿੱਚ ਉਹਨਾਂ ਦੇ ਅੰਦਰੋਂ ਭੈ ਤੇ ਭਰਮ, 7 ਪ੍ਰਕਾਰ ਦਾ ਵਿਦਵਾਨਾਂ ਨੇ ਭੈ ਮੰਨਿਆ, ਇਹ ਵੀ ਦੂਰ ਹੋ ਗਿਆ ਹੈ। ਤੇ ਜਿਹੜਾ ਭਰਮ ਹੈ 5 ਤਰ੍ਹਾਂ ਦਾ, ਉਹ ਵੀ ਨਾਸ ਹੋ ਗਿਆ ਖਿਨ ਸਮੇਂ ਵਿੱਚ। ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਆਪ ਆ ਕਰਕੇ ਵਸ ਗਿਆ। ਜਿੱਥੇ ਵਾਹਿਗੁਰੂ ਵਸ ਜਾਵੇ ਉੱਥੇ ਕੀ ਕਮੀ ਹੈ ਦੱਸੋ। ਜਿੱਥੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ, ਜਿਹਦਾ ਮਨ ਹਰ ਸਮੇਂ ਖਿੜਿਆ ਰਹੇ, ਨਾਮ ਵਿੱਚ ਜੁੜਿਆ ਰਹੇ, ਦੁੱਖ ਵਿੱਚ ਦੁਖੀ ਨਾ ਹੋਵੇ। ਜਿੱਥੇ ਮਹਾਰਾਜ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਨ। ਨਾ ਹੀ ਕੋਈ ਦੁੱਖ ਸੁੱਖ ਹੈ ਤੇ ਉਹ ਤਾਂ ਸੋਨੇ ਨੂੰ ਵੀ ਮਿੱਟੀ ਮੰਨਦੇ ਨੇ। ਐਸਾ ਜੋ ਗੁਰਮੁਖਾਂ ਦੀ ਅਵਸਥਾ, ਕਿਉਂਕਿ ਉਹਨਾਂ ਦੇ ਮਨ ਵਿੱਚ ਪਰਮਾਤਮਾ ਆ ਕੇ ਵਸ ਗਿਆ ਹੈ। ਰਾਮ ਰਾਮ ਸਤ ਸਦਾ ਸਹਾਏ। ਰਾਮ ਜੋ ਰਮਿਆ ਹੋਇਆ ਪਰਮਾਤਮਾ ਹੈ, ਉਹ ਸਾਰੇ ਭਗਤਾਂ ਦਾ, ਸੰਤਾਂ ਦਾ ਸਦਾ ਹੀ ਸਹਾਇਤਾ ਕਰਨ ਵਾਲਾ ਹੈ। ਰਾਮ ਰਾਮ ਜੋ ਰਮੰਤੀ ਰਾਮਾ ਹੈ ਨਾ, ਜਿਹਨੂੰ ਗੁਰਮੁਖਾਂ ਨੇ ਜਪਣਾ ਕੀਤਾ ਹੈ, ਉਹ ਸੰਤ ਭਗਤਾਂ ਦਾ ਸਦਾ ਸਹਾਇਤਾ ਕਰਨ ਵਾਲਾ ਹੈ, ਇੱਥੇ ਸੰਸਾਰ ਵਿੱਚ ਵੀ ਤੇ ਅੱਗੇ ਪਰਲੋਕ ਵਿੱਚ ਵੀ। ਘਰ ਬਾਹਰ ਨਾਲੇ ਪਰਮੇਸ਼ਰ, ਰਬ ਰਹਿਆ ਪੂਰਨ ਸਭ ਠਾਏ। ਉਹਨਾਂ ਗੁਰਮੁਖਾਂ ਨੇ ਆਪਣੇ ਘਰ ਨਾਮ ਹਿਰਦੇ ਵਿੱਚ ਤੇ ਬਾਹਰ ਨਾਮ ਸੰਸਾਰ ਦੇ ਵਿੱਚ ਪਰਮਾਤਮਾ ਨੂੰ ਨਾਲੇ ਆਪਣੇ ਕੋਲ ਹੀ ਜਾਣਿਆ। ਕਹੋ ਰਵਿਦਾਸ ਹਾਥ ਪੈ ਨੀਰੈ, ਸਹਿਜੇ ਹੋਏ ਸੋ ਹੋਏ। ਉਹ ਗੁਰਮੁਖ ਜਾਣਦੇ ਨੇ ਰਬ ਰਹਿਆ ਪੂਰਨ ਸਭ ਠਾਏ। ਪਰਮਾਤਮਾ ਪਰਿਪੂਰਨ ਹੋ ਕਰਕੇ ਸਭ ਥਾਵਾਂ 'ਤੇ ਮਿਲਿਆ ਹੋਇਆ ਹੈ। ਉਸ ਦੀ ਏਕਤਾ ਗੁਰਮੁਖਾਂ ਨੇ ਕੀਤੀ ਹੈ ਮਨ ਦੇ ਵਿੱਚ। ਸਾਧ ਸੰਗਤ, ਇੱਕ ਤਾਂ ਗਿਆਨ ਦੁਆਰਾ ਏਕਤਾ ਹੁੰਦੀ ਹੈ, ਇੱਕ ਅਵਸਥਾ ਦੁਆਰਾ ਏਕਤਾ ਹੁੰਦੀ ਹੈ। ਅਵਸਥਾ ਕੀ ਹੈ ਕਿ ਉਹਨਾਂ ਨੇ ਪਰਮਾਤਮਾ ਨੂੰ ਆਪਣਾ ਹੀ ਬਣਾਇਆ ਹੋਇਆ ਹੈ, ਆਪਣਾ ਹੀ ਸਮਝਿਆ ਹੋਇਆ ਹੈ। ਜਿਵੇਂ ਅਸੀਂ ਦੇਖੋ ਸੰਸਾਰ ਵਿੱਚ ਵਿਚਰਦਿਆਂ ਸਾਨੂੰ ਉਹ ਲੋਕ ਵੀ ਮਿਲਦੇ ਨੇ ਜਿਨ੍ਹਾਂ ਬਾਰੇ ਅਸੀਂ ਕੋਈ ਜਾਣ ਪਛਾਣ ਨਹੀਂ ਹੁੰਦੀ। ਉਹਨਾਂ ਦਾ ਸਾਡੇ ਮਨ ਵਿੱਚ ਕੋਈ ਗਿਆਨ ਨਹੀਂ ਹੁੰਦਾ, ਔਰ ਐਸੇ ਲੋਕਾਂ ਨੂੰ ਮਿਲ ਕੇ ਨਾ ਹੀ ਸਾਡੇ ਮਨ ਨੂੰ ਗਮੀ ਹੁੰਦੀ ਹੈ ਤੇ ਨਾ ਹੀ ਖੁਸ਼ੀ ਹੁੰਦੀ ਹੈ। ਜਦੋਂ ਅਸੀਂ ਕਿਤੇ ਦੂਰ ਜਾਈਏ ਨਾ, ਜਿਨ੍ਹਾਂ ਬਾਰੇ ਸਾਨੂੰ ਕੋਈ ਗਿਆਨ ਹੀ ਨਹੀਂ, ਪਹਿਲਾਂ ਸਾਨੂੰ ਕੋਈ ਮਿਲੇ ਹੀ ਨਹੀਂ, ਉਹਨਾਂ ਦੇ ਮਿਲਣ ਕਰਕੇ ਨਾ ਹੀ ਸਾਨੂੰ ਖੁਸ਼ੀ ਹੋਵੇਗੀ ਤੇ ਨਾ ਹੀ ਕੋਈ ਗਮੀ ਹੋਵੇਗੀ। ਜਿਹੜੇ ਲੋਕ ਸਾਨੂੰ ਪਹਿਲਾਂ ਮਿਲੇ ਹੋਏ ਨੇ ਜੀਵਨ ਦੇ ਅੰਦਰ, ਉਹਨਾਂ ਵਿੱਚ ਕਈ ਐਸੇ ਨੇ ਜਿਨ੍ਹਾਂ ਨਾਲ ਸਾਡਾ ਪ੍ਰੇਮ ਹੈ, ਇਤਫਾਕ ਹੈ, ਉਹਨਾਂ ਦੀ ਮਨ ਕਰਕੇ ਸਾਂਝ ਬਣੀ ਹੈ ਤੇ ਸਾਨੂੰ ਖੁਸ਼ੀ ਮਿਲਦੀ ਹੈ। ਜਿਹੜੇ ਸਾਡੇ ਮਨ ਨੂੰ ਨਹੀਂ ਚੰਗੇ ਲੱਗੇ, ਸਾਡੇ ਨਾਲ ਜਿਨ੍ਹਾਂ ਦਾ ਨਹੀਂ ਬਣਿਆ, ਉਹਨਾਂ ਨੂੰ ਮਿਲ ਕੇ ਸਾਡੇ ਅੰਦਰ ਵੈਰ ਵਿਰੋਧ ਪੈਦਾ ਹੋ ਜਾਂਦੇ ਨੇ। ਇਹ ਸਾਡੇ ਅੰਦਰ ਜਿਹੜਾ ਗਿਆਨ ਹੈ ਸਾਧ ਸੰਗਤ, ਇਹ ਮਨ ਦਾ ਆਪਣਾ ਗਿਆਨ ਹੁੰਦਾ ਹੈ ਜਿਹੜਾ ਇਹਨੇ ਸੰਸਾਰ ਵਿੱਚੋਂ ਲਿਆ ਹੈ।
ਪਰ ਜਿਹੜੇ ਗੁਰਮੁਖ ਨੇ ਉਹਨਾਂ ਨੇ ਪਰਮਾਤਮਾ ਦਾ ਗਿਆਨ ਲੈਣਾ ਕੀਤਾ ਕਿ ਸਭ ਕੁਝ ਪਰਮਾਤਮਾ ਹੀ ਹੈ, ਪਰਮਾਤਮਾ ਤੋਂ ਬਿਨਾਂ ਦੂਜਾ ਕੋਈ ਵੀ ਨਹੀਂ ਹੈ। ਇਸ ਕਰਕੇ ਉਹ ਆਪਣੇ ਅੰਦਰ ਪਰਮਾਤਮਾ ਨੂੰ ਪਛਾਣਦੇ ਨੇ ਤੇ ਬਾਹਰੋਂ ਵੀ ਦੇਖਦੇ ਨੇ। ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੈ ਹੈ ਸੰਗ। ਉਹਨਾਂ ਨੇ ਆਪਣੇ ਹਿਰਦੇ ਵਿੱਚ ਵੀ ਤੇ ਬਾਹਰ ਸੰਸਾਰ ਵਿੱਚ ਪਰਮਾਤਮਾ ਦਾ ਹੀ ਆਸਰਾ ਬਣਾਇਆ ਹੋਇਆ ਔਰ ਇਹ ਜਾਣਿਆ ਕਿ ਉਹੀ ਸਭ ਥਾਵਾਂ ਤੇ ਵਾਸ ਦਿਓ ਸਰਬੱਤਰ ਮੈਂ ਓਣ ਨ ਕਤਹੁ ਠਾਏ। ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਏ। ਬਾਬਾ ਵੈਰ ਨਾ ਕਰੀਏ ਕਾਹੂ। ਮਹਾਰਾਜ ਕਹਿੰਦੇ ਕਿਸੇ ਨਾਲ ਵੈਰ ਕੀ ਕਰਨਾ, ਓਤ ਪੋਤ ਬ੍ਰਹਮ ਸਮਾਹੂ। ਇੱਥੇ ਉੱਥੇ ਬ੍ਰਹਮ ਹੀ ਤਾਂ ਸਮਾਇਆ ਹੋਇਆ ਹੈ। ਸੋ ਇਹ ਗੁਰਮੁਖਾਂ ਦੀ ਜੀਵਨ ਅਵਸਥਾ ਹੈ। ਉਹਨਾਂ ਨੇ ਆਪਣੇ ਹਿਰਦੇ ਵਿੱਚ ਵੀ ਤੇ ਬਾਹਰ ਸਭ ਥਾਵਾਂ ਤੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਨੂੰ ਹੀ ਦੇਖਿਆ ਹੈ। ਧਨ ਮਾਲ ਜੋਬਨ ਜਗਤ ਗੋਪਾਲ। ਵਿਸ਼ਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਧਨ ਨਾਮ ਹੈ ਰੋਕੜੀ ਪੈਸਾ, ਮਾਲ ਨਾਮ ਹੈ ਪਦਾਰਥ, ਮਾਲ ਨਾਮ ਹੈ ਗਊਆਂ ਮੱਝਾਂ ਘੋੜੇ ਹਾਥੀ, ਇਹ ਜਿਹੜੇ ਪਸ਼ੂ ਹੁੰਦੇ ਨੇ ਇਹਨਾਂ ਨੂੰ ਮਾਲ ਕਹਿੰਦੇ ਨੇ। ਜੋਬਨ ਨਾਮ ਹੈ ਜਵਾਨੀ, ਜੁਗਤ ਗੋਪਾਲ। ਇਹਨਾਂ ਵਿੱਚ ਰਹਿ ਕਰਕੇ ਜਿਹੜੇ ਗੁਰਮੁਖ ਨੇ ਉਹਨਾਂ ਨੇ ਗੋਪਾਲ ਪਰਮਾਤਮਾ ਨਾਲ ਮਿਲਣ ਦੀ ਜੁਗਤੀ ਪ੍ਰਾਪਤ ਕੀਤੀ ਹੈ। ਰਹਿੰਦੇ ਤਾਂ ਸੰਸਾਰ ਵਿੱਚ ਹੀ ਨੇ ਪਰ ਉਹ ਐਸੀ ਜੁਗਤੀ ਸਾਧ ਸੰਗਤ ਆਪਣੇ ਮਨ ਵਿੱਚ ਅਪਣਾਉਂਦੇ ਨੇ ਕਿ ਗੋਪਾਲ ਪਰਮਾਤਮਾ ਨਾਲ ਜੁੜੇ ਰਹਿੰਦੇ ਨੇ। ਜਿਵੇਂ ਸਾਧ ਸੰਗਤ ਇੱਕ ਨੌਕਰ ਹੁੰਦਾ ਹੈ, ਉਹ ਆਪਣੇ ਮਾਲਕ ਦੇ ਘਰੇ ਰਹਿੰਦਾ ਹੈ ਤੇ ਉਹ ਰਹਿੰਦਾ ਤਾਂ ਪਦਾਰਥਾਂ ਵਿੱਚ ਹੀ ਹੈ, ਆਪਣੇ ਮਾਲਕ ਦੇ ਸਾਰੇ ਘਰ ਵਿੱਚ ਵੀ ਰਹਿੰਦਾ ਹੈ ਤੇ ਪਦਾਰਥਾਂ ਵਿੱਚ ਵੀ ਰਹਿੰਦਾ ਹੈ, ਪਰ ਉਹਨਾਂ ਨੂੰ ਮਾਲਕ ਦੇ ਸਮਝਦਾ, ਉਹਨਾਂ ਦਾ ਹੰਕਾਰ ਨਹੀਂ ਕਰਦਾ। ਤੇ ਇਸ ਤਰ੍ਹਾਂ ਜਿਹੜੇ ਗੁਰਮੁਖ ਨੇ ਉਹ ਰਹਿੰਦੇ ਤਾਂ ਸੰਸਾਰ ਵਿੱਚ ਹੀ ਨੇ ਪਰ ਸੰਸਾਰ ਵਿੱਚ ਇੱਕ ਪਰਮਾਤਮਾ ਦੇ ਦਾਸ ਬਣ ਕੇ ਭਗਤ ਬਣ ਕੇ ਰਹਿੰਦੇ ਨੇ। ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਦੇ। ਇਹ ਨਹੀਂ ਫਾਲਤੂ ਆਪਣੇ ਮਨ ਤੇ ਕਿਸੇ ਚੀਜ਼ ਦਾ ਹੰਕਾਰ ਲੱਦ ਲੈਣਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਧਨ ਮਾਲ ਜੋਬਨ ਜੁਗਤ ਗੋਪਾਲ। ਧਨ ਨਾਮ ਹੈ ਜਿਹੜੇ ਗੁਰਮੁਖ ਨੇ ਉਹਨਾਂ ਨੇ ਪਰਮਾਤਮਾ ਦੇ ਨਾਮ ਨੂੰ ਹੀ ਧਨ ਜਾਣਿਆ। ਉਹਨਾਂ ਗੁਰਮੁਖਾਂ ਨੇ ਜੋ ਸਰਵਣ ਕਰਨਾ, ਮੰਨਣ ਕਰਨਾ, ਨਿਧਿਆਸਨ ਕਰਨਾ, ਇਹੀ ਮਾਲ ਜੋੜਨਾ ਕੀਤਾ ਹੈ। ਤੇ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਜਿਹੜੀ ਸ਼ੌਂਕ ਹੋਣਾ ਇਹ ਜਵਾਨੀ ਹੈ। ਸ਼ੌਂਕ ਹੋਣਾ ਚਾਹੀਦਾ ਨਾਮ ਜਪਣ ਦਾ, ਸੇਵਾ ਕਰਨ ਦਾ, ਫੇਰ ਹੀ ਸਾਧ ਸੰਗਤ ਮਨ ਪਰਮਾਤਮਾ ਦੇ ਨਾਲ ਜੁੜਦਾ ਹੈ। ਇਹੀ ਉਹਨਾਂ ਨੇ ਜੋਬਨ ਅਵਸਥਾ ਪ੍ਰਾਪਤ ਕੀਤੀ ਹੈ। ਜੁਗਤ ਗੋਪਾਲ, ਉਹਨਾਂ ਕੋਲ ਇਹ ਜੁਗਤੀ ਹੈ ਗੋਪਾਲ ਪਰਮਾਤਮਾ ਨਾਲ ਮਿਲਣ ਵਾਸਤੇ। ਜੀਵ ਪ੍ਰਾਣ ਨਿਤ ਸੁਖ ਪ੍ਰਤਪਾਲ। ਜਿਸ ਕਰਕੇ ਉਹਨਾਂ ਦੇ ਜੀ ਨਾਮ ਹੈ ਜੀਵ ਆਤਮਾ, ਪ੍ਰਾਣ ਨਾਮ ਹੈ ਸਵਾਸਾਂ ਨੂੰ, ਪ੍ਰਾਣਾਂ ਨੂੰ ਨਿਤਾ ਪ੍ਰਤੀ ਸੁਖ ਹੋਇਆ ਹੈ। ਤੇ ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਆਪ ਉਹਨਾਂ ਦੀ ਪ੍ਰਤਪਾਲਨਾ ਕਰਨ ਵਾਲਾ ਹੈ। ਜੀਵ ਪ੍ਰਾਣ ਨਿਤ ਸੁਖ ਗੋ ਪ੍ਰਤਪਾਲ। ਉਹਨਾਂ ਗੁਰਮੁਖਾਂ ਨੇ ਜਾਣਿਆ ਕਿ ਸਾਡੇ ਪ੍ਰਾਣਾਂ ਨੂੰ ਤਦੋਂ ਹੀ ਸੁੱਖ ਹੋ ਸਕਦਾ ਹੈ, ਸਾਡੇ ਪ੍ਰਾਣਾਂ ਦੀ ਤਦੋਂ ਹੀ ਨਿਤਾ ਪ੍ਰਤੀ ਪ੍ਰਤਪਾਲਨਾ ਹੋ ਸਕਦੀ ਹੈ ਜੇ ਅਸੀਂ ਆਪਣੇ ਜੀਵ ਆਤਮਾ ਕਰਕੇ ਤੇ ਪ੍ਰਾਣਾ ਕਰਕੇ ਪਰਮਾਤਮਾ ਦੇ ਨਾਲ ਜੁੜੇ ਹੋਵਾਂਗੇ। ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਪਰਮਾਤਮਾ ਵੀ ਉਹਨਾਂ ਨੂੰ ਸੁੱਖ ਦੇ ਨਾਲ ਪ੍ਰਤਪਾਲਨਾ ਕਰਦਾ ਨਿਤਾ ਪ੍ਰਤੀ, ਉਹਨਾਂ ਦੇ ਜੀਵ ਆਤਮਾ ਦੀ ਤੇ ਪ੍ਰਾਣਾਂ ਦੀ। ਪ੍ਰਾਣਾਂ ਨੂੰ ਵੀ ਸੰਭਾਲ ਕੇ ਰੱਖਦਾ ਹੈ ਤੇ ਜੀਵ ਆਤਮਾ ਨੂੰ ਵੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਦਾ ਹੈ। ਆਪਣੇ ਦਾਸ ਕੋ ਤੇ ਰੱਖੈ ਹਾਥ। ਇੱਥੋਂ ਤੱਕ ਕਿ ਵਾਹਿਗੁਰੂ ਪਰਮਾਤਮਾ ਆਪਣੇ ਦਾਸਾਂ ਨੂੰ ਆਪਣਾ ਹੱਥ ਦੇ ਕੇ ਰੱਖਦਾ, ਆਪਣੀ ਮਿਹਰ ਦੇ ਨਾਲ ਡੋਲਣ ਨਹੀਂ ਦਿੰਦਾ, ਮਨ ਕਰਕੇ ਵੀ ਨਹੀਂ ਉਹਨਾਂ ਨੂੰ ਡੋਲਣ ਦਿੰਦਾ, ਨਾ ਹੀ ਦੂਰ ਹੋਣ ਦਿੰਦਾ ਆਪਣੇ ਤੋਂ, ਸਰੀਰ ਕਰਕੇ ਵੀ ਉਹਨਾਂ ਦੀ ਰੱਖਿਆ ਕਰਦਾ ਹੈ। ਨਾ ਛੋੜੈ ਸਦਹੀ ਸਾਥ। ਪਰਮਾਤਮਾ ਵਾਹਿਗੁਰੂ ਉਹਨਾਂ ਨੂੰ ਨਿਮਕ ਸਮਾਂ ਵੀ ਨਹੀਂ ਛੱਡਦਾ। ਨਿਮਕ ਨਾਮ ਹੈ ਅੱਖ ਖੋਲ੍ਹਣ ਮੀਚਣ ਦੇ ਸਮੇਂ ਨੂੰ ਨਿਮਕ ਕਹਿੰਦੇ ਨੇ।
ਇੰਨਾ ਸਮਾਂ ਵੀ ਉਹਨਾਂ ਨੂੰ ਆਪਣੇ ਤੋਂ ਦੂਰ ਨਹੀਂ ਕਰਦਾ, ਛੱਡਦਾ ਨਹੀਂ। ਸਦ ਹੀ ਸਾਥ, ਸਦਾ ਹੀ ਉਹਨਾਂ ਦਾ ਸਾਥੀ ਬਣ ਕੇ, ਉਹਨਾਂ ਦਾ ਸੰਗੀ ਬਣ ਕੇ ਰਹਿੰਦਾ ਹੈ। ਸਤਿਗੁਰੂ ਸਾਨੂੰ ਵੀ ਸਿੱਖਿਆ ਦਿੰਦੇ ਨੇ, ਭਾਈ ਉਸ ਪਰਮਾਤਮਾ ਨੂੰ ਨਿਮਖ ਮਾਤਰ ਵੀ ਨਾ ਛੱਡੋ, ਸਦਾ ਹੀ ਆਪਣੇ ਨਾਲ ਸਮਝਣਾ ਕਰੋ। ਹਰ ਸਾ ਪ੍ਰੀਤਮ ਅਵਰ ਨ ਕੋਇ। ਸਤਿਗੁਰੂ ਜੀ ਸਾਨੂੰ ਸਿੱਖਿਆ ਦਿੰਦੇ ਨੇ, ਭਾਈ ਹਰ ਸਾ, ਹਰੀ ਪਰਮਾਤਮਾ ਸਾ ਵਰਗਾ ਜਿਹਾ ਪ੍ਰੀਤਮ ਪਿਆਰਾ ਹੋਰ ਕੋਈ ਨਹੀਂ ਹੈ। ਜੇ ਤੁਸੀਂ ਦੇਖੋਗੇ ਨਾ ਸੰਸਾਰ ਵਿੱਚ ਕਿ ਸਾਡਾ ਫਲਾਨਾ ਪਿਆਰਾ ਬਹੁਤ ਹੈ, ਸਾਡਾ ਫਲਾਨਾ ਬਹੁਤ ਪਿਆਰਾ, ਪਰ ਮਹਾਰਾਜ ਕਹਿੰਦੇ ਪਰਮਾਤਮਾ ਵਰਗਾ ਪਿਆਰਾ ਕੋਈ ਨਹੀਂ। ਉਹ ਤਾਂ ਮਾਤਾ ਦੇ ਗਰਭ ਵਿੱਚ ਵੀ ਜੀਵ ਦੀ ਪ੍ਰਤਪਾਲਨਾ ਕਰਦਾ ਹੈ, ਤੇ ਫਿਰ ਸੰਸਾਰ ਵਿੱਚ ਉਸਨੇ ਮਾਤਾ ਰੂਪ ਹੋ ਕੇ, ਪਿਤਾ ਰੂਪ ਹੋ ਕੇ ਪ੍ਰਤਪਾਲਨਾ ਕੀਤੀ। ਫਿਰ ਜੀਵਨ ਦੇ ਅੰਦਰ ਸਾਰੇ ਹੀ ਸੁੱਖ ਦਿਖਾਉਣਾ ਕੀਤੇ। ਇਸ ਤਰ੍ਹਾਂ ਆਪ ਹੀ ਸਾਰਿਆਂ ਦੀ ਪ੍ਰਤਪਾਲਨਾ ਕਰਦਾ ਹੈ, ਉਸ ਵਰਗਾ ਕੋਈ ਪਿਆਰਾ ਨਹੀਂ। ਸਾਰ ਸੰਭਾਲੇ ਸਾਚਾ ਸੋਏ। ਉਹ ਸੱਚਾ ਪਰਮਾਤਮਾ ਵਾਹਿਗੁਰੂ ਹੀ ਸਾਰਿਆਂ ਦੀ ਸਾਰ ਖਬਰ ਲੈਂਦਾ ਹੈ ਤੇ ਸਾਰਿਆਂ ਦੀ ਸੰਭਾਲਣਾ ਕਰਦਾ ਹੈ। ਸਾਰ ਜਿਹੜੀ ਜੀਵਾਂ ਦੀ ਖਬਰ ਹੈ ਨਾ ਮਨ ਕਰਕੇ, ਉਹ ਉਸ ਨੂੰ ਹੀ ਹੈ, ਉਸ ਨੇ ਹੀ ਸਾਰਿਆਂ ਦੀ ਖਬਰ ਸੰਭਾਲਣਾ ਕੀਤੀ ਹੈ। ਸਾਧ ਸੰਗਤ ਆਪ ਹੀ ਸਾਰਿਆਂ ਦੀ ਪ੍ਰਤਪਾਲਨਾ ਕਰਦਾ ਹੈ। ਮਾਤ ਪਿਤਾ ਸਤਿਬੰਧ ਨਰਾਇਣ। ਇਸ ਤਰ੍ਹਾਂ ਮਹਾਰਾਜ ਕਹਿੰਦੇ ਸਾਡੇ ਲਈ ਤਾਂ ਉਹ ਵਾਹਿਗੁਰੂ ਪਰਮਾਤਮਾ ਹੀ ਮਾਤਾ ਦੀ ਨਿਆਈ ਹੈ, ਪਿਤਾ ਦੀ ਨਿਆਈ ਹੈ, ਸਤ ਪੁੱਤਰ ਦੀ ਨਿਆਈ ਹੈ, ਤੇ ਬੰਧਵ ਰਿਸ਼ਤੇਦਾਰ ਸੰਬੰਧੀ ਦੀ ਨਿਆਈ ਹੈ। ਮਾਤਾ ਦੀ ਨਿਆਈ ਉਹ ਪਰਮਾਤਮਾ ਸਾਡੇ ਹਿਰਦੇ ਅੰਦਰ ਖਿਮਾ ਹੈ, ਪਿਤਾ ਦੀ ਨਿਆਈ ਸੰਤੋਖ ਹੈ, ਪੁੱਤਰ ਦੀ ਨਿਆਈ ਗਿਆਨ ਬ੍ਰਹਮ ਗਿਆਨ ਹੈ, ਤੇ ਬੰਧ ਸਰਵਣ ਕਰਨਾ, ਮਨਨ ਕਰਨਾ, ਨਿਧਿਆਸਨ ਕਰਨਾ, ਇਹ ਰਿਸ਼ਤੇਦਾਰ ਹੈ। ਉਹ ਪਰਮਾਤਮਾ ਹੀ ਸਾਡੇ ਮਾਤਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਮਾਤਾ ਭਾਨੀ ਨਿਆਈ ਹੈ, ਤੇ ਪਿਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੇ ਬੰਧ ਜਿਹੜੇ ਰਿਸ਼ਤੇਦਾਰ ਹਨ ਭਾਈ ਗੁਰਦਾਸ ਜੀ, ਹੋਰ ਗੁਰਮੁਖ ਪਿਆਰੇ, ਉਹ ਨਾਰਾਇਣ ਪਰਮਾਤਮਾ ਹੀ ਸਭ ਕੁਝ ਹੈ। ਆਦ ਜੁਗਾਦ ਭਗਤ ਗੁਣ ਗਾਇਣ। ਆਦ ਸਮੇਂ ਵਿੱਚ ਵੀ ਤੇ ਜੁਗਾਂ ਦੇ ਆਦ ਵਿੱਚ ਵੀ। ਆਦ ਸਮਾਂ ਉਸ ਨੂੰ ਕਹਿੰਦੇ ਨੇ ਜਦੋਂ ਕੁਝ ਨਹੀਂ ਸੀ, ਸੰਸਾਰ ਬਣਿਆ ਹੀ ਨਹੀਂ ਸੀ, ਤੇ ਜੁਗਾਤ ਕਹਿੰਦੇ ਨੇ ਜਦੋਂ ਜੁਗਾਂ ਦੀ ਮਰਿਆਦਾ ਆਰੰਭ ਹੋਈ, ਜਦੋਂ ਸਤਜੁਗ ਬਣਿਆ, ਫਿਰ ਤ੍ਰੇਤਾ ਦੁਆਪਰ ਕਲਯੁਗ, ਇਹ ਜੁਗਾਂ ਦੀ ਮਰਿਆਦਾ ਆਰੰਭ ਹੋਈ। ਭਗਤ ਗੁਣ ਗਾਇਨ, ਭਗਤ ਪਰਮਾਤਮਾ ਦੇ ਹੀ ਗੁਣ ਗਾਉਂਦੇ ਨੇ, ਉਸ ਦੇ ਨਾਲ ਹੀ ਮਿਲੇ ਹੋਏ ਹਨ। ਤਿਸ ਕੀ ਧਾਰ ਪ੍ਰਭ ਕਾ ਮਨ ਜੋਰ। ਉਸੇ ਪਰਮਾਤਮਾ ਦੀ ਸਾਡੇ ਮਨ ਵਿੱਚ ਧਰ ਹੈ ਆਸਰਾ, ਸਾਡੇ ਮਨ ਨੂੰ ਉਹਦਾ ਹੀ ਆਸਰਾ ਬਣਿਆ ਹੋਇਆ ਹੈ, ਤੇ ਉਸ ਦਾ ਹੀ ਸਾਡੇ ਮਨ ਵਿੱਚ ਜੋਰ ਹੈ, ਤਾਨ ਬਲ ਹੈ। ਉਸ ਵਾਹਿਗੁਰੂ ਦੇ ਆਸਰੇ ਹੀ ਅਸੀਂ ਸਾਰੀ ਕਿਰਿਆ ਕਰਦੇ ਹਾਂ। ਦੇਖੋ ਸਾਡੇ ਸਰੀਰ ਵਿੱਚ ਮਨ ਰਹਿੰਦਾ ਹੈ, ਤੇ ਮਨ ਵਿੱਚ ਸਾਡੇ ਆਪਣੇ ਵਿਚਾਰ ਹੁੰਦੇ। ਗੁਰੂ ਮਹਾਰਾਜ ਕਹਿੰਦੇ ਤਨ ਮਹਿ ਮਨੁਆ ਮਨ ਮਹਿ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਜਿਹੜੇ ਗੁਰਮੁਖ ਨੇ ਉਹਨਾਂ ਨੇ ਇਹ ਜਾਣਿਆ ਵੀ ਸਰੀਰ ਵਿੱਚ ਸਾਡਾ ਮਨ ਹੈ, ਤੇ ਮਨ ਵਿੱਚ ਸੱਚੇ ਦਾ ਵਾਸ ਹੈ। ਉਹ ਜਿਹੜਾ ਸੱਚਾ ਹੈ ਨਾ, ਉਹੀ ਬਾਹਰ ਸੰਸਾਰ ਵਿੱਚ ਸਮਾਇਆ ਹੋਇਆ ਹੈ। ਉਹਨਾਂ ਗੁਰਮੁਖਾਂ ਨੇ ਆਪਣੇ ਮਨ ਨੂੰ ਸ਼ੁੱਧ ਕੀਤਾ ਹੈ, ਮਨ ਦੇ ਵਿਚਾਰ ਸ਼ੁੱਧ ਕੀਤੇ ਨੇ। ਜਦੋਂ ਮਨ ਦੇ ਵਿਚਾਰ ਸ਼ੁੱਧ ਹੋ ਜਾਣ, ਫਿਰ ਸਰੀਰ ਦੀ ਕਿਰਿਆ ਵੀ ਸ਼ੁੱਧ ਹੋ ਜਾਂਦੀ ਹੈ। ਜੇ ਮਨ ਵਿੱਚ ਪਰਮਾਤਮਾ ਦਾ ਭੈ ਹੈ, ਜੇ ਮਨ ਵਿੱਚ ਪਰਮਾਤਮਾ ਦਾ ਪਿਆਰ ਹੈ, ਤਦੋਂ ਹੀ ਅਸੀਂ ਬੰਦਗੀ ਕਰ ਸਕਦੇ। ਜੇ ਮਨ ਵਿੱਚ ਇਹ ਗਿਆਨ ਹੈ ਕਿ ਨਾਮ ਨੇ ਸਾਡੀ ਇੱਥੇ ਸੰਸਾਰ ਵਿੱਚ ਤੇ ਪਰਲੋਕ ਵਿੱਚ ਸਹਾਇਤਾ ਕਰਨੀ, ਮਨ ਨੂੰ ਜਿਨ੍ਹਾਂ ਨੇ ਸ਼ੁੱਧ ਕੀਤਾ ਹੈ, ਸਵਾਰਿਆ ਹੈ, ਉਹਨਾਂ ਨੂੰ ਹੀ ਪਰਮਾਤਮਾ ਬਾਹਰ ਦਿਸਦਾ ਹੈ। ਸਾਧ ਸੰਗਤ ਗੁਰਮੁਖਾਂ ਨੇ ਆਪਣੇ ਜੀਵਨ ਅੰਦਰ ਪਰਮਾਤਮਾ ਦੀ ਆਸਰੇ ਨੂੰ ਮੰਨਿਆ, ਧਰ ਬਣਾਉਣਾ ਕੀਤੀ ਹੈ, ਤੇ ਆਪਣੇ ਮਨ ਵਿੱਚ ਹੀ ਉਸੇ ਪਰਮਾਤਮਾ ਦਾ ਜੋਰ ਹੈ, ਇਹ ਜਾਣ ਲਿਆ। ਏਕ ਬਿਨਾ ਦੂਜਾ ਨਹੀਂ ਹੋਰ। ਉਸ ਇੱਕ ਪਰਮਾਤਮਾ ਤੋਂ ਬਿਨਾ ਦੂਜਾ ਹੋਰ ਕੋਈ ਨਹੀਂ ਹੈ, ਨਾ ਹੀ ਪਹਿਲਾਂ ਸੀ ਤੇ ਨਾ ਹੀ ਅੱਗੇ ਕੋਈ ਹੋਵੇਗਾ। ਜੇ ਅਸੀਂ ਦੇਖੀਏ, ਸੰਸਾਰ ਬਣਦਾ ਹੈ ਤੇ ਨਾਸ ਹੋ ਜਾਂਦਾ ਹੈ, ਪਰ ਉਹ ਪਰਮਾਤਮਾ ਹੀ ਪਹਿਲਾਂ ਸੀ ਤੇ ਹੁਣ ਵੀ
ਉਹ ਪਰਮਾਤਮਾ ਹੀ ਹੈ ਤੇ ਅੱਗੇ ਵੀ ਉਹ ਪਰਮਾਤਮਾ ਹੀ ਰਹੇਗਾ। ਬਾਕੀ ਤਾਂ ਸਭ ਗੱਲਾਂ ਬਾਤਾਂ ਹੀ ਨੇ ਨਾ। ਜੇ ਅਸੀਂ ਅੱਜ ਤੋਂ 100 ਸਾਲ ਪਹਿਲਾਂ ਦੀ ਕੋਈ ਗੱਲ ਕਰੀਏ ਤਾਂ ਉਹ 100 ਸਾਲ ਪਹਿਲਾਂ ਜਾਂ 200 ਸਾਲ ਪਹਿਲਾਂ ਜੋ ਮਨੁੱਖ ਸਨ ਧਰਤੀ 'ਤੇ ਆਏ, ਉਹਨਾਂ ਵਿੱਚੋਂ ਤਾਂ ਕੋਈ ਨਹੀਂ ਹੈ, ਪਰ ਉਹਨਾਂ ਦੀਆਂ ਕੇਵਲ ਗੱਲਾਂ ਬਾਤਾਂ ਹੀ ਨੇ। ਉਹਨਾਂ ਦੀਆਂ ਕੇਵਲ ਗੱਲਾਂ ਬਾਤਾਂ ਹੀ ਸਾਡੇ ਤੱਕ ਪਹੁੰਚਦੀਆਂ ਹਨ। ਤੇ ਇਸ ਤਰ੍ਹਾਂ ਹੀ 200 ਸਾਲ ਬਾਅਦ ਦੀ ਗੱਲ ਕਰੀਏ ਤਾਂ ਜੋ ਹੁਣ ਸੰਸਾਰ ਵਿੱਚ ਹੈ, ਇਹਨਾਂ ਦੀਆਂ ਗੱਲਾਂ ਹੀ ਰਹਿ ਜਾਣੀਆਂ ਨੇ, ਬਾਕੀ ਹੋਰ ਕੋਈ ਨਹੀਂ ਰਹਿਣਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਉਹ ਪਰਮਾਤਮਾ ਜਿਹੜਾ ਹੈ ਉਹ ਸਦਾ ਸਦਾ ਵਾਸਤੇ ਹੈ। ਉਹ ਜੇ ਅਸੀਂ 200 ਸਾਲ ਪਹਿਲਾਂ ਗੱਲ ਕਰੀਏ, 1000 ਸਾਲ ਪਹਿਲਾਂ ਗੱਲ ਕਰੀਏ, ਜੁਗਾਂ ਸਾਲ ਪਹਿਲਾਂ ਗੱਲ ਕਰੀਏ, ਉਦੋਂ ਵੀ ਸੀ। ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਇਹੀ ਸੁਨੇਹਾ ਦਿੱਤਾ ਹੈ ਨਾ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਪਰਮਾਤਮਾ ਸਦਾ ਸੱਚ ਹੈ। ਉਹਨੂੰ ਅੱਜ ਤੋਂ ਜੁਗਾਂ ਸਾਲ ਪਹਿਲਾਂ ਵੀ ਜੀਵ ਯਾਦ ਕਰਦੇ ਸਨ, ਹੁਣ ਵੀ ਯਾਦ ਕਰਦੇ ਨੇ ਤੇ ਅੱਗੇ ਵੀ ਯਾਦ ਕਰਨਗੇ। ਉਹ ਇੱਕ ਹੀ ਰਹਿਣ ਵਾਲਾ ਹੈ, ਇੱਕ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਬਾਕੀ ਜੋ ਕੁਝ ਹੈ ਇਹ ਸਮੇਂ ਦੇ ਨਾਲ ਮਿਟ ਜਾਣ ਵਾਲਾ ਹੈ। ਇਸ ਲਈ ਸਾਨੂੰ ਸਤਿਗੁਰੂ ਸਮਝਾਉਂਦੇ, ਸਿੱਖਿਆ ਦਿੰਦੇ, ਇਹ ਮਨੁੱਖ ਏਕ ਬਿਨਾਂ ਦੂਜਾ ਨਹੀਂ ਹੋਰ, ਇੱਕ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ। ਨਾਨਕ ਕਹਿ ਮਨ ਇਹੋ ਪੁਰਖਾਰਥ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਡੇ ਮਨ ਵਿੱਚ ਤਾਂ ਇਹੀ ਪੁਰਖਾਰਥ ਨਾਮ ਉਦਮ ਹੈ। ਅਸੀਂ ਤਾਂ ਇੱਕ ਹੀ ਉਦਮ ਕੀਤਾ ਹੈ। ਦੇਖੋ, ਕੋਈ ਮਾਇਆ ਵਾਸਤੇ ਉਦਮ ਕਰਦਾ, ਕੋਈ ਕਹਿੰਦਾ ਵੀ ਮੈਂ ਆਪਣੇ ਜੀਵਨ 'ਚ ਇੰਨਾ ਤਰੱਕੀ ਕਰਨੀ ਹੈ, ਮੈਂ ਆਹ ਉਦਮ ਕਰਨਾ ਹੈ। ਪਰ ਗੁਰੂ ਪਾਤਸ਼ਾਹ ਕਹਿੰਦੇ ਅਸੀਂ ਤਾਂ ਆਪਣੇ ਮਨ ਵਿੱਚ ਇੱਕ ਹੀ ਉਦਮ ਪੁਰਖਾਰਥ ਕਰਨਾ ਕੀਤਾ ਹੈ। ਪ੍ਰਭੂ ਹਮਾਰਾ ਸਾਰੇ ਸਵਾਰਥ। ਕਿ ਪਰਮਾਤਮਾ ਹੀ ਸਾਡਾ ਸਾਰੇ ਸਵਾਰਥ ਹੈ। ਜਿਹੜੇ ਅਸੀਂ ਸਵਾਰਥ ਨੇ ਨਾ, ਸਾਡੀਆਂ ਇੱਛਾਵਾਂ ਨੇ ਵੀ ਮੇਰਾ ਆਹ ਸਵਾਰਥ ਹੈ, ਮੇਰੀ ਇਹ ਇੱਛਾ ਹੈ, ਉਹ ਅਸੀਂ ਪਰਮਾਤਮਾ ਕੋਲੋਂ ਪੂਰੀ ਕਰਦੇ ਹਾਂ। ਪਰਮਾਤਮਾ ਦੇ ਆਸਰੇ ਰਹਿ ਕੇ ਪੂਰੀ ਕਰਦੇ ਹਾਂ, ਕਿਸੇ ਦੇ ਆਸਰੇ ਨਹੀਂ ਰਹਿੰਦੇ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਸਾਨੂੰ ਵੀ ਸਤਿਗੁਰੂ ਸਿੱਖਿਆ ਕੇ ਦਿੰਦੇ ਨੇ, ਭਾਈ ਉਦਮ ਕਰੇ ਜੀਓ ਤੂੰ, ਕਮਾਵਤਿਆ ਸੁਖ ਪੁੰਜ, ਧਿਆਏ ਦਿਆ ਤੂੰ ਪ੍ਰਭੂ ਮੇਰਾ, ਨਾਨਕ ਉਤਰੀ ਚਿੰਤ। ਜੇ ਉਦਮ ਹੀ ਕਰਨਾ ਹੈ ਨਾ ਜੀਵਨ ਅੰਦਰ, ਪ੍ਰਮਾਤਮਾ ਦੀ ਬੰਦਗੀ ਦਾ ਕਰਿਆ ਕਰ। ਬੰਦਗੀ ਤੈਨੂੰ ਆਪ ਨੂੰ ਵੀ ਸਵਾਰੇਗਾ, ਸਵਾਰ ਦੇਵੇਗੀ, ਤੇਰਾ ਆਸਾ ਪਾਸਾ ਵੀ ਸਵਾਰ ਦੇਵੇਗੀ। ਜਿਹੜੇ ਬੰਦਗੀ ਕਰਦੇ ਨੇ ਉਹਨਾਂ ਦਾ ਮਨ ਵੀ ਸੁੱਚਾ ਹੋ ਜਾਂਦਾ ਹੈ, ਮਨ ਨਿਮਰਤਾ 'ਚ ਆ ਜਾਂਦਾ ਹੈ, ਮਨ ਦੇ ਅੰਦਰ ਕਿੰਨੇ ਗੁਣ ਪੈਦਾ ਹੋ ਜਾਂਦੇ। ਫਿਰ ਉਹ ਆਪਣੇ ਆਸੇ ਪਾਸੇ ਜਿਹੜਾ ਸੰਸਾਰ ਹੁੰਦਾ ਹੈ, ਆਪਣੇ ਪਰਿਵਾਰ ਨੂੰ ਕਹਿ ਲਈਏ, ਆਪਣੇ ਸੰਗੀ ਸਾਥੀ ਮਿੱਤਰਾਂ ਨੂੰ ਸਵਾਰਦੇ ਰਹਿੰਦੇ ਨੇ, ਉਹਨਾਂ ਨੂੰ ਸਭ ਇੱਛਾ ਦਿੰਦੇ ਨੇ, ਪਰਮਾਤਮਾ ਦੇ ਨਾਲ ਨਾਮ ਜੋੜਦੇ ਹਨ। ਜਿਹੜਾ ਬੰਦਗੀ ਤੋਂ ਟੁੱਟਿਆ ਮਨੁੱਖ ਹੈ ਉਹ ਆਪ ਵੀ ਖਰਾਬ ਰਹਿੰਦਾ, ਦੁਚਿੱਤੀ 'ਚ ਰਹਿੰਦਾ, ਔਗਣਾਂ 'ਚ ਰਹਿੰਦਾ, ਵੈਰ ਵਿਰੋਧ ਕਰਦਾ ਰਹਿੰਦਾ ਤੇ ਆਪਣੇ ਆਪ ਨੂੰ ਤਾਂ ਖਰਾਬ ਕਰਦਾ ਹੀ ਹੈ, ਦੂਜਿਆਂ ਨੂੰ ਵੀ ਖਰਾਬ ਕਰਦਾ ਰਹਿੰਦਾ। ਜਿਹੜੇ ਆਸੇ ਪਾਸੇ ਨੇ, ਕਿਤੇ ਕਿਹਦੇ ਨਾਲ ਠੱਗੀ ਮਾਰ ਲਈ, ਕਿਤੇ ਕਿਹਨੂੰ ਝੂਠ ਬੋਲਤਾ, ਕਿਤੇ ਕਿਹਨੂੰ ਲੁੱਟ ਲਿਆ, ਮਾਰ ਲਿਆ, ਇਹੀ ਹੁੰਦਾ ਨਾ। ਉਹ ਆਪ ਵੀ ਖਰਾਬ ਹੁੰਦਾ ਤੇ ਦੂਜਿਆਂ ਨੂੰ ਵੀ ਖਰਾਬ ਕਰਦਾ ਰਹਿੰਦਾ। ਜਿਵੇਂ ਇੱਕ ਗਲਿਆ ਸੇਬ ਆਪ ਤਾਂ ਖਰਾਬ ਹੁੰਦਾ ਹੀ ਹੈ, ਦੂਜਿਆਂ ਨੂੰ ਵੀ ਖਰਾਬ ਕਰਦਾ। ਪਰ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਇੱਕ ਬੰਦਗੀ ਵਾਲਾ ਪੁਰਖ ਹੁੰਦਾ ਉਹ ਆਪਣੇ ਆਪ ਨੂੰ ਵੀ ਸਵਾਰਦਾ, ਆਪਣਾ ਵੀ ਭਲਾ ਕਰਦਾ ਤੇ ਦੂਜਿਆਂ ਦਾ ਵੀ ਭਲਾ ਲੋਚਦਾ ਰਹਿੰਦਾ ਹੈ। ਅਸੀਂ ਉਹੋ ਜਿਹੇ ਬਣਨਾ ਤੇ ਸਾਨੂੰ ਉਹੋ ਜਿਹਾ ਗੁਰਬਾਣੀ ਬਣਾਉਂਦੀ ਹੈ। ਜੇ ਗੁਰਬਾਣੀ ਦੀ ਸੰਗਤ ਕਰਾਂਗੇ, ਗੁਰਬਾਣੀ ਪੜ੍ਹਾਂਗੇ ਤਾਂ ਗੁਰਬਾਣੀ ਸਾਨੂੰ ਸੁਚੇਤ ਕਰੇਗੀ, ਸਾਨੂੰ ਸਵਾਰੇਗੀ, ਸਾਨੂੰ ਸਮਝਾਵੇਗੀ, ਸਾਨੂੰ ਪਰਮਾਤਮਾ ਨਾਲ ਜੋੜੇਗੀ। ਕਿੰਨੇ ਗੁਣ ਨੇ ਸਤਿਗੁਰਾਂ ਦੇ, ਸਾਨੂੰ ਜੋ ਬਖਸ਼ੇ ਨੇ ਸਾਧ ਸੰਗਤ। ਸੋ ਗੁਰਬਾਣੀ ਵਾਲਾ ਜੀਵਨ ਬਣਾਈਏ, ਗੁਰਸਿੱਖੀ ਧਾਰਨ ਕਰੀਏ, ਗੁਰਮਤਿ ਧਾਰਨ ਕਰੀਏ, ਮਨਮਤਿ ਤਿਆਗੀਏ। ਸਤਿਗੁਰੂ ਜੀ ਸਾਰਿਆਂ ਦੇ ਦਇਆ ਰਹਿਮਤ ਕਰਨ। ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਇਸ ਕੀ ਧਾਰ ਪ੍ਰਭ ਕਾ ਮਨ ਜੋਰ, ਏਕ ਬਿਨਾ ਦੂਜਾ ਨਹੀਂ ਹੋਰ। ਨਾਨਕ ਕਹਿ ਮਨ ਇਹੋ ਪੁਰਖਾਰਥ, ਪ੍ਰਭੂ ਹਮਾਰਾ ਸਾਰੇ ਸਵਾਰਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ। ਸਤਿਗੁਰ ਪ੍ਰਸਾਦਿ।